ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 14 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272 2500 4082722500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਜੇ ਤੁਸੀਂ ਵੀ ਇਸ ਦੇ ਵਿੱਚ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਸੰਪਰਕ ਕਰੋ। 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਇਸ ਦੇ ਲਈ ਤੁਸੀਂ ਮੈਡੀਕੇਅਰ ਅਪਲਾਈ ਕਰਨਾ ਜਾਂ ਚੱਲ ਰਹੇ ਮੈਡੀਕੇਅਰ ਦੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀ ਹੈ, ਇਸ ਦੇ ਲਈ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ ਕਰਵਾਉਣ ਦੇ ਲਈ ਤੇ ਲਾਈਫ ਇੰਸ਼ੋਰੈਂਸ ਕਰਵਾਉਣ ਦੇ ਲਈ ਵੀ ਕਾਲ ਕਰੋ 408-272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਤੇ ਨਾਲ ਹੀ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 530-751-7605 ਦੇ ਉੱਤੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹਾਈਵੇ 10 ਜੋ ਲਾਸ ਐਂਜਲਸ ਦੇ ਵਿੱਚ ਹੈਗਾ ਆ, ਸਭ ਤੋਂ ਬਿਜ਼ੀਐਸਟ ਹਾਈਵੇ ਆ। ਕੁਝ ਦਿਨਾਂ ਤੋਂ ਸ਼ਟਡਾਊਨ ਆ, ਜਿੱਥੋਂ 3 ਲੱਖ ਕਾਰ ਹਰ ਰੋਜ਼ ਲੰਘਦੀ ਸੀ। ਸੋ ਉਹ ਏਰੀਆ ਜਿਹੜਾ ਐਲੇ ਦਾ ਬਹੁਤ ਹੀ ਇਸ ਟਾਈਮ ਟ੍ਰੈਫਿਕ ਵਾਈਜ਼ ਮੈਸ ਬਣਿਆ ਹੋਇਆ ਹੈਗਾ। ਸੋ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਆ ਵੀ ਉਸ ਹਾਈਵੇ ਦਾ ਕੁਛ ਹਿੱਸਾ ਜਿਹੜਾ ਆ ਉਸ ਨੂੰ ਡੈਮੋਲਿਸ਼ ਕੀਤਾ ਜਾਊਗਾ ਤੇ ਦੁਬਾਰਾ ਕੀ ਬਣਾਇਆ ਜਾਊਗਾ। ਤੇ ਹੋ ਸਕਦਾ ਕਹਿੰਦੇ ਵੀ 3 ਤੋਂ 5 ਹਫ਼ਤੇ ਦੇ ਵਿੱਚ ਦੁਬਾਰਾ ਕੀ ਖੁੱਲ ਜਾਵੇ, ਕਿਉਂਕਿ ਕਹਿੰਦੇ ਵੀ 5 ਲੇਨਾਂ ਵਿੱਚੋਂ ਘੱਟੋ ਘੱਟ 4 ਲੇਨਸ ਜੋ ਆ ਉਹ ਖੋਲੀਆਂ ਜਾ ਸਕਦੀਆਂ ਹੈਗੀਆਂ ਆ। ਸੈਕੰਡ ਵਰਕਡੇ ਆ ਵਿਦਾਊਟ ਯੂਜ਼ ਆਫ ਮੇਜਰ ਸੈਕਸ਼ਨ ਜੋ ਹਾਈਵੇ 10 ਹੈਗਾ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ। ਤੇ ਜੋ ਲੋਕ ਕੰਮ ਕਰਦੇ ਆ, ਸਕੂਲੇ ਜਾਂਦੇ ਆ, ਸਾਰਾ ਕੁਝ, ਖਾਸ ਕਰਕੇ ਜਿਹੜੇ ਟਰੱਕਰਸ ਆ ਉਹਨਾਂ ਦੇ ਲਈ ਬੜੀ ਵੱਡੀ ਜਿਹੜੀ ਪ੍ਰੋਬਲਮ ਬਣੀ ਹੋਈ ਹੈਗੀ ਆ। ਡਰਾਈਵਰਸ ਦੇ ਲਈ ਤਾਂ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਨਾਈਟ ਮੇਅਰ ਬਣਿਆ ਹੋਇਆ ਹੈਗਾ ਜੀ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਉਹ ਕਹਿੰਦੇ ਵੀ ਸ਼ਾਇਦ ਢਾਉਣ ਦੀ ਲੋੜ ਨਾ ਹੀ ਜਿਹੜੀ ਉਹ ਪਵੇ ਤੇ ਕੁਝ ਹਫ਼ਤਿਆਂ ਦੇ ਵਿੱਚ ਚਾਲੂ ਜਿਹੜਾ ਹੋ ਸਕਦਾ ਆ। 90 ਤੋਂ 100 ਜਿਹੜੇ ਪਿੱਲਰ ਆ ਇਹ ਅੱਗ ਦੇ ਕਰਕੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਆ। ਇੰਜੀਨੀਅਰਸ ਕਹਿੰਦੇ ਵੀ ਉਸ ਕੰਕਰੀਟ ਦੀ ਤੇ ਰੀਬਾਰ ਜਿਹੜਾ ਸਰੀਆ ਆ ਤੇ ਸੀਮੈਂਟ ਆ ਉਸ ਦੀ ਹੁਣ ਜਾਂਚ ਕਰ ਰਹੇ ਆ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਉਹ ਨੁਕਸਾਨ ਪਹੁੰਚਿਆ ਆ। ਇਸ ਅੱਗ ਦੇ ਪਿੱਛੇ ਆਰਸਨ, ਜਾਣਬੁੱਝ ਕੇ ਅੱਗ ਲਾਈ ਗਈ ਦੱਸੀ ਜਾ ਰਹੀ ਹੈ। ਇਹ ਕਿੰਨੇ ਲਾਈ ਆ ਉਹ ਅਜੇ ਜਾਂਚ ਦਾ ਵਿਸ਼ਾ ਚੱਲ ਰਿਹਾ ਆ। ਕਈਆਂ ਨੇ ਜਿਹੜੀ ਲਾਗੇ ਹੋਮਲੈਸ ਇਨਕੈਂਪਮੈਂਟ ਆ ਉਸ ਵੱਲ ਨੂੰ ਇਸ਼ਾਰਾ ਕੀਤਾ ਸੀ। ਉਸ ਉੱਤੇ ਜਿਹੜੀ LA ਦੀ ਜਿਹੜੀ ਮੇਅਰ ਕੈਰਨ ਬਾਸ ਆ ਉਹਨੇ ਕਿਹਾ ਵੀ ਅਜੇ ਸਾਡੇ ਕੋਲ ਕੋਈ ਵੀ ਅਜਿਹਾ ਪ੍ਰੂਫ ਨਹੀਂ ਵੀ ਆਪਾਂ ਇਹ ਕਹੀਏ ਵੀ ਇਹ ਅੱਗ ਉੱਥੋਂ ਇੱਥੇ ਤੱਕ ਜਿਹੜੀ ਉਹ ਪਹੁੰਚੀ ਹੈਗੀ ਆ। ਲੋਕਾਂ ਦਾ ਬਹੁਤ ਬੁਰਾ ਹਾਲ ਆ, ਜਿੱਦਾਂ ਤੁਸੀਂ ਦੱਸਿਆ ਟ੍ਰੈਫਿਕ ਦੇ ਕਰਕੇ। ਜਿਨ੍ਹਾਂ ਨੇ ਇਹ ਟ੍ਰੈਫਿਕ ਪਾਰ ਕਰਕੇ ਜਾਂ ਇਹ ਏਰੀਆ ਪਾਰ ਕਰਕੇ ਜਾਣਾ ਹੁੰਦਾ ਸੀ, ਜਿਹਨੂੰ 1 ਘੰਟਾ ਲੱਗ ਰਿਹਾ ਸੀ, ਉਸ ਨੂੰ 1.5 ਜਾਂ ਪੌਣੇ 2 ਘੰਟੇ ਹੁਣ ਐਕਸਟਰਾ ਜਿਹੜੇ ਉਹ ਵਿੱਚ ਲੱਗ ਰਹੇ ਆ। ਕਈ ਕਹਿੰਦੇ ਵੀ ਬੱਸਾਂ ਜਿਹੜੀਆਂ ਆ ਉਹਦੇ ਵਿੱਚ ਜਾ ਸਕਦੇ ਆ, ਕਹਿੰਦੇ ਵੀ ਬੱਸਾਂ ਵੀ ਪਰ ਉਸੇ ਹੀ ਟ੍ਰੈਫਿਕ ਦੇ ਵਿੱਚ ਫਸੀਆਂ ਆ। ਕੰਮਿਊਟਰ ਬੱਸਾਂ ਨੂੰ ਵੀ ਉਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ।
ਖਾਸ ਕਰਕੇ ਜਿਹੜੇ ਇਰਦ ਗਿਰਦ ਦੇ ਸਕੂਲ ਵਾਲੇ ਮਾਪੇ ਆ, ਜਿਨ੍ਹਾਂ ਬੱਚਿਆਂ ਨੂੰ ਉਹਨਾਂ ਨੇ ਸਕੂਲ ਛੱਡਣਾ ਹੁੰਦਾ ਆ, ਉਹਨਾਂ ਨੂੰ ਹੁਣ ਸਕੂਲ ਛੱਡਣ ਜਾਣ ਦੇ ਲਈ ਇਸ ਟ੍ਰੈਫਿਕ ਦੇ ਕਰਕੇ, ਕਿਉਂਕਿ ਡੀਟੂਅਰ ਹੋਇਆ ਆ, ਉਹਦੇ ਕਰਕੇ 40-40 ਮਿੰਟ ਜਿਹੜੇ ਉਹ ਲੱਗ ਰਹੇ ਨੇ। ਸੋ ਸਥਿਤੀ ਕਾਫੀ ਜ਼ਿਆਦਾ ਮਾੜੀ ਇਸ ਟਾਈਮ ਬਣੀ ਪਈ ਆ। ਕੈਲੀਫੋਰਨੀਆ ਦੇ ਵਿੱਚ ਇਹ ਬਹੁਤ ਮੇਜਰ ਆਰਟਰੀ, ਜਿੱਦਾਂ ਕਹਿ ਸਕਦੇ ਹਾਂ ਵੀ ਖੂਨ ਦੀ ਇੱਕ ਮੋਟੀ ਨਸ ਹੁੰਦੀ ਆ ਨਾ, ਵੀ ਸਾਰੇ ਪਾਸੇ ਸਰੀਰ ਨੂੰ ਖੂਨ ਪਹੁੰਚਾਉਣ ਵਾਲੀ ਆ, ਉਹਦਾ ਇੱਕ ਹਿੱਸਾ ਹੁਣ ਸਮਝ ਲਓ ਵੀ ਜਿੱਦਾਂ ਬੰਦ ਹੋ ਗਿਆ ਹੋਵੇ। ਤਾਂ ਉਹ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਆ। ਆਲੇ ਦੁਆਲੇ ਵਾਲੇ ਜਿਹੜੇ ਬਿਜ਼ਨਸ ਵਾਲੇ ਵੀ ਇਹ ਸ਼ਿਕਾਇਤ ਕਰ ਰਹੇ ਸੀਗੇ ਵੀ ਹੁਣ ਕਈ ਲੋਕਾਂ ਨੇ ਸਾਡੇ ਬਿਜ਼ਨਸ 'ਤੇ ਆਉਣਾ ਨਹੀਂ, ਕਿਉਂਕਿ ਉਹਨਾਂ ਨੂੰ ਵਕਤ ਬਹੁਤ ਜ਼ਿਆਦਾ ਜਿਹੜਾ ਆ ਉਹ ਲੱਗੇਗਾ। ਹੈਗਾ ਇਹ ਮੀਲ ਤੋਂ ਘੱਟ ਦਾ ਇਲਾਕਾ, ਜਿਹਦੇ ਵਿੱਚ ਇਹ ਅੱਗ ਨੇ ਨੁਕਸਾਨ ਜਿਹੜਾ ਉਹ ਪਹੁੰਚਾਇਆ ਆ, ਪਰ ਅੱਗ ਨੇ ਦੇਖੋ ਵੀ ਕਿੰਨਾ ਜ਼ਿਆਦਾ ਭਿਆਨਕ ਮੰਜ਼ਰ ਜਿਹੜਾ ਉਹ ਖੜੇ ਕਰ ਦਿੱਤਾ ਹੈ। ਗਵਰਨਰ ਨਿਊਸਮ ਦੇ ਕਹਿਣ ਮੁਤਾਬਕ 3 ਤੋਂ 5 ਹਫ਼ਤਿਆਂ ਤੱਕ ਕੁਝ ਲੇਨਸ ਚਾਲੂ ਕਰਨ ਦੀਆਂ ਇਹਨਾਂ ਦੀਆਂ ਕਿਆਸ ਰਹੀਆਂ ਨੇ। ਇਹ ਉਮੀਦ ਜਿਹੜੀ ਉਹ ਕਰ ਰਹੇ ਆ, ਪਰ ਅਜੇ ਵੀ ਅਰਾਊਂਡ ਦਾ ਕਲੌਕ ਕੰਮ ਜਿਹੜਾ ਆ ਉਹ ਚੱਲ ਰਿਹਾ ਆ। ਇਸ ਦੇ ਵਿੱਚ ਰੋਜ਼ਾਨਾ ਹੀ ਕੁਛ ਨਾ ਕੁਛ ਜਿਹੜਾ ਹਰਜੋਤ ਸਿੰਘ ਜੀ ਅਪਡੇਟ ਆ ਉਹ ਆ ਰਹੀ ਆ। 1 ਮਾਈਲ ਲੌਂਗ ਕਲੋਜ਼ਰ ਹੈਗਾ ਆ, ਬੰਦ ਹੋਇਆ ਆ ਐਲਾਮੀਡਾ ਸਟਰੀਟ ਤੋਂ ਈਸਟ ਲਾਸ ਐਂਜਲਸ ਇੰਟਰਚੇਂਜ, ਇਹਦੇ ਦਰਮਿਆਨ ਇਹ ਫਰੀਵੇ 10 ਹਾਈਵੇ 10 ਜਿਹੜਾ ਆ ਉਹ ਬੰਦ ਹੋਇਆ ਪਿਆ ਆ। ਇਹਦੇ ਜਿਹੜੇ ਰਿਪਲ ਇਫੈਕਟ ਆ, ਜਿਹੜੀਆਂ ਸਰਫੇਸ ਸਟਰੀਟਸ ਆ, ਉਹਨਾਂ ਉੱਤੇ ਪੈ ਰਿਹਾ ਆ। ਹੁਣ ਮੀਂਹ ਦੇ ਦਿਨ ਆਉਣੇ ਆ ਹਰਜੋਤ ਸਿੰਘ ਜੀ, ਆਉਣ ਵਾਲੇ ਸਮੇਂ 'ਚ ਸਟਰੀਟਸ ਇੰਨੇ ਜ਼ਿਆਦਾ ਟ੍ਰੈਫਿਕ ਦੇ ਲਈ ਤਿਆਰ ਨਹੀਂ ਹੁੰਦੀਆਂ, ਸੋ ਰੋਡ ਵੀ ਟੁੱਟਣਗੀਆਂ, ਹੋਰ ਵੀ ਜ਼ਿਆਦਾ ਟ੍ਰੈਫਿਕ ਜਿਹੜਾ ਉਹ ਵਧੇਗਾ। CHP ਦੇ ਲਈ ਤੇ ਉੱਥੇ ਦੇ ਪ੍ਰਸ਼ਾਸਨ ਦੇ ਲਈ ਖਾਸੀ ਜ਼ਿਆਦਾ ਸਿਰਦਰਦੀ ਜਿਹੜੀ ਆ ਇਹ ਅੱਗ ਦੇ ਕਰਕੇ ਨੁਕਸਾਨ ਜੋ ਪਹੁੰਚਿਆ ਫਰੀਵੇ ਨੂੰ ਉਹ ਬਣ ਚੁੱਕੀ ਹੈਗੀ ਆ। ਸੋ ਹੁਣ ਕਈ ਲੋਕ ਹੁਣ ਇਹ ਵੀ ਸਵਾਲ ਕਰ ਰਹੇ ਵੀ ਭਾਈ ਤੁਸੀਂ ਫਰੀਵੇ ਦੇ ਥੱਲੇ ਅਜਿਹੀਆਂ ਚੀਜ਼ਾਂ ਰੱਖੀਆਂ ਹੀ ਕਿਉਂ ਆ, ਜਿੱਥੇ ਅੱਗ ਲੱਗ ਜਾਵੇ ਤੇ ਉਸ ਤੋਂ ਬਾਅਦ 'ਚ ਇਸ ਨੂੰ ਇਹ ਨੁਕਸਾਨ ਜਿਹੜਾ ਆ ਉਹ ਹੋ ਜਾਵੇ। ਆਲੇ ਦੁਆਲੇ ਡੈਂਸਲੀ ਪਾਪੂਲੇਟਿਡ ਇਲਾਕਾ ਆ। 100 ਕਾਲਮ ਇਹ 1 ਮੀਲ ਦੇ ਇਲਾਕੇ ਦੇ ਵਿੱਚ ਇਸ ਫਰੀਵੇ ਦੇ ਜਿਹੜਾ ਬੰਦ ਹੋਇਆ ਆ ਉਸ ਵਿੱਚ ਕੀਤੇ ਜਾ ਰਹੇ ਆ। ਕਹਿੰਦੇ ਵੀ ਬਰੇਸਿੰਗ ਰੈਟਰੋਫਿਟਿੰਗ ਜਿਹੜੀ ਆ ਉਹ ਹੁਣ ਕੀਤੀ ਜਾਊਗੀ, ਤਾਂ ਜੋ ਅਧਿਕਾਰੀ ਇਸ ਫਰੀਵੇ ਨੂੰ ਜਿਹੜੀ ਆ ਪੂਰੀ ਡੈਮੋਲੇਸ਼ਨ ਤੇ ਰਿਪੇਅਰ ਹੋਣ ਤੋਂ ਪਹਿਲਾਂ ਉਸ ਨੂੰ ਇੱਕ ਵਾਰੀ ਜਿਹੜਾ ਉਹ ਚਾਲੂ ਕਰ ਸਕਣ। ਤੇ ਹੁਣ ਸਿਰ ਖੁਰਕ ਰਹੇ ਹੋਣੇ ਆ ਵੀ ਭਾਈ ਕਿਸ ਪਾਸੇ ਵੱਲ ਨੂੰ ਹੁਣ ਟ੍ਰੈਫਿਕ ਡਾਇਵਰਟ ਕਰਕੇ, ਡੀਟੂਅਰ ਕਰਕੇ ਉੱਥੇ ਲੋਕਾਂ ਨੂੰ ਸੁੱਖ ਦਾ ਸਾਹ ਦਵਾਈਏ। ਸਿਟੀ ਆਫੀਸ਼ੀਅਲਸ ਨੇ ਇਹ ਕਿਹਾ ਵੀ ਜਿਹੜੇ ਲਾਸ ਐਂਜਲਸ ਦੇ ਰਹਿਣ ਵਾਲੇ ਲੋਕ ਆ ਉਹ ਪਬਲਿਕ ਟਰਾਂਸਪੋਰਟੇਸ਼ਨ ਨੂੰ ਯੂਜ਼ ਕਰਨ। ਲਾਸ ਐਂਜਲਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆਫੀਸ਼ੀਅਲਸ ਨੇ ਇਹ ਕਿਹਾ ਵੀ ਉਹ ਜੋ ਕਿਰਾਇਆ ਆ ਉਹ ਟੈਂਪਰੇਰੀਲੀ ਉਹਨੂੰ ਐਲੀਮੀਨੇਟ ਕਰਨ ਜਾ ਰਹੇ, ਉਹ ਚਾਰਜ ਨਹੀਂ ਕਰਨਗੇ ਡੈਸ਼ ਜਾਂ ਕੰਮਿਊਟਰ ਐਕਸਪ੍ਰੈਸ ਲਾਈਨਸ ਦੇ ਉੱਤੇ, ਤਾਂ ਕਿ ਜਿਹੜਾ ਟ੍ਰੈਫਿਕ ਆ ਉਹਦੇ ਤੇ ਕੰਟਰੋਲ ਕੀਤਾ ਜਾ ਸਕੇ। ਲਾਸ ਐਂਜਲਸ ਦੀ ਟਰਾਂਸਪੋਰਟੇਸ਼ਨ ਆਫੀਸ਼ੀਅਲਸ ਨੇ ਇਹ ਕਿਹਾ ਕਿ ਹਾਈਵੇ 10 ਜੋ ਲੋਕ ਵਰਤਦੇ ਸੀ ਉਹਨਾਂ ਨੂੰ ਇਸ ਦੀ ਜਗ੍ਹਾ ਤੇ ਹਾਈਵੇ 65 ਤੇ 101 ਯੂਜ਼ ਕਰਨਾ ਚਾਹੀਦਾ ਹੈ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਰਕਾਰ ਫੈਡਰਲ ਸਰਕਾਰ ਇੱਕ ਵਾਰੀ ਫੇਰ ਸ਼ਟਡਾਊਨ ਹੋਣ ਦਾ ਖਤਰਾ ਮੰਡਰਾ ਰਿਹਾ ਆ, ਤੇ ਹਾਊਸ ਕਹਿੰਦੇ ਵੀ ਇਸ ਟਾਈਮ ਸਟਾਪ ਗੈਪ ਫੰਡਿੰਗ ਮੈਜਰ ਉਸ ਨੂੰ ਕੰਸਿਡਰ ਕਰਨ ਜਾ ਰਹੀ ਆ। ਸੋ ਇਸ ਮਹੀਨੇ ਦੇ ਆਈ ਥਿੰਕ ਇਸ ਵੀਕ ਦੇ ਐਂਡ ਤੱਕ ਹੀ ਲਾਸਟ ਦਿਨ ਜਿਹੜਾ ਉਹ ਬਚਿਆ ਆ, ਜਿਸ ਵਿੱਚ ਇਹਨਾਂ ਨੇ ਹੁਣ ਕੋਈ ਨਾ ਕੋਈ ਫੈਸਲਾ ਲੈਣਾ ਆ। ਪਿਛਲੀ ਵਾਰੀ ਫੈਡਰਲ ਗਵਰਨਮੈਂਟ ਦੀ ਸ਼ਟਡਾਊਨ ਨੂੰ ਬਚਾਉਣ ਖਾਤਰ ਜਿਹੜਾ ਮੈਜਰ ਪਾਸ ਹੋਇਆ, ਜਿਸ ਦੇ ਵਿੱਚ ਇਵੈਂਚੁਅਲੀ ਡੈਮੋਕ੍ਰੇਟਸ ਨੇ ਵੀ ਸਾਥ ਦਿੱਤਾ ਸੀਗਾ, ਉਸ ਦੇ ਕਰਕੇ ਸਪੀਕਰ ਕੈਵਿਨ ਮਕਾਰਥੀ ਉਹਨਾਂ ਨੂੰ ਆਪਣੇ ਅਹੁਦੇ ਦਾ ਬਲਿਦਾਨ ਹੀ ਕਹਿ ਲਓ ਜਿਹੜਾ ਉਹ ਦੇਣਾ ਪਿਆ ਸੀ, ਉਹਨਾਂ ਨੂੰ ਲਾਂਭੇ ਕਰ ਦਿੱਤਾ ਸੀ ਉਹਨਾਂ ਦੇ ਸਾਥੀ ਹੀ ਰਿਪਬਲਿਕਨਸ ਨੇ ਮੈਟ ਗੇਟਸ ਦੇ ਦੁਆਰਾ। ਹੁਣ ਜਿਹੜੇ ਨਵੇਂ ਬਣੇ ਹਾਊਸ ਦੇ ਸਪੀਕਰ ਮਾਈਕ ਜੌਨਸਨ ਆ, ਉਹ ਬੜੀ ਮੁਸ਼ਕਿਲਾਂ ਦੇ ਨਾਲ ਬਣੇ ਆ। ਹੁਣ ਇਹ ਦੇਖਣਾ ਹੋਊਗਾ ਵੀ ਇਹ ਸ਼ਟਡਾਊਨ ਨੂੰ ਲੈ ਕੇ ਕੀ ਅੱਗੇ ਜਿਹੜਾ ਉਹ ਹੁੰਦਾ ਆ। ਕੰਟੀਨਿਊਇੰਗ ਰੈਜ਼ੋਲੂਸ਼ਨ ਜਿਹੜਾ ਆ ਇਸ ਨੂੰ ਆਖਿਆ ਜਾਂਦਾ, ਜਿਹੜਾ ਕੀ ਸਟਾਪ ਗੈਪ ਮੈਜਰ ਦੇ ਨਾਮ ਦੇ ਵਜੋਂ ਵੀ ਵਰਤਿਆ ਜਾਂਦਾ ਆ। ਉਹ ਕਹਿੰਦੇ ਵੀ ਕੁਛ ਆਰਜੀ ਤੌਰ ਦੇ ਉੱਤੇ ਜਿਹੜੀ ਸਰਕਾਰ ਦੀ ਫੰਡਿੰਗ ਆ ਉਸ ਨੂੰ ਕਰ ਦੇਵੇਗਾ। ਇਸ ਪ੍ਰੋਸੀਜਰ ਨੂੰ, ਇਸ ਕੰਟੀਨਿਊਇੰਗ ਰੈਜ਼ੋਲੂਸ਼ਨ ਨੂੰ ਹਾਊਸ ਦੇ ਸਦਨ ਦੇ ਵਿੱਚ ਜਿਹੜਾ ਜਲਦ ਕਹਿੰਦੇ ਰੱਖਿਆ ਜਾਊਗਾ। ਇਸ ਨੂੰ ਪ੍ਰੋਸੀਜਰ ਦੇ ਅੰਡਰ ਜਿਹੜਾ ਕਹਿੰਦੇ ਸਸਪੈਂਸ਼ਨ ਆਫ ਰੂਲਸ ਦੇ ਅੰਡਰ ਇਹ ਫਲੋਰ ਦੇ ਉੱਤੇ ਲਿਆਂਦਾ ਜਾਊਗਾ। ਇੱਦਾਂ ਸਸਪੈਂਸ਼ਨ ਆਫ ਰੂਲਸ ਕਰਨ ਦੇ ਨਾਲ ਕਹਿੰਦੇ ਵੀ ਹਾਊਸ ਦੇ ਜਿਹੜੇ ਰੂਲਸ ਦੀ ਕਮੇਟੀ ਆ ਇਸ ਨੂੰ ਇਹ ਬਾਈਪਾਸ ਕਰ ਜਾਂਦਾ ਆ, ਤੇ ਰਿਪਬਲਿਕਨਸ ਨੇ ਇਹ ਸਿਗਨਲ ਕੀਤਾ ਆ
ਵੀ ਇਸ ਨੂੰ ਐਡਵਾਂਸ ਜਿਹੜਾ ਉਹ ਨਹੀਂ ਕਰਨਗੇ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਜਿਹੜਾ ਕੁਛ ਇੱਕ ਮੈਜਰ ਮੇਨ ਤੌਰ ਦੇ ਉੱਤੇ ਲਿਆਂਦਾ ਗਿਆ ਆ, ਉਸ ਦੀ ਵਿਰੋਧਤਾ ਜਿਹੜੀ ਫਰੀडम ਕਾਕਸ ਆ, ਮੈਟ ਗੇਟਸ ਤੇ ਜਿਹੜੀ ਟੇਲਰ ਗ੍ਰੀਨ ਆ, ਉਹਨਾਂ ਦੇ ਦੁਆਰਾ ਸਾਹਮਣੇ ਆਈ। ਉਹ ਕਹਿੰਦੇ ਵੀ ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਫੰਡਿੰਗ ਦੀ ਕਟੌਤੀ ਨਹੀਂ ਆ, ਬਾਰਡਰ ਸਿਕਿਉਰਿਟੀ ਨੂੰ ਲੈ ਕੇ ਕੁਛ ਨਹੀਂ ਹੈਗਾ। ਸੋ ਉਸ ਮੈਜਰ ਦੇ ਵਿੱਚ ਡੈਮੋਕ੍ਰੇਟਸ ਕਹਿ ਰਹੇ ਆ ਵੀ ਭਾਈ ਅਸੀਂ ਸਾਥ ਜਿਹੜਾ ਉਹ ਦੇ ਸਕਦੇ ਆ। ਇੱਥੇ ਜਿਹੜੇ ਹਾਊਸ ਸਪੀਕਰ ਮਾਈਕ ਜੌਨਸਨ ਆ, ਉਹਨਾਂ ਨੇ ਇਹ ਵੀ ਬਿਆਨ ਦਿੱਤਾ ਆ, ਕਹਿੰਦੇ ਵੀ ਮੈਂ ਬਹੁਤਾ ਇਹਨਾਂ ਚੀਜ਼ਾਂ ਦੇ ਹੱਕ 'ਚ ਨਹੀਂ ਆ। ਅਸੀਂ ਚਾਹੁੰਦੇ ਆ ਵੀ ਲੰਮੇ ਸਮੇਂ ਦੇ ਲਈ ਜਿਹੜੀ ਫੰਡਿੰਗ ਆ ਉਹ ਕੀਤੀ ਜਾਵੇ, ਤਾਂ ਜੋ ਇਹ ਛੋਟੀਆਂ-ਛੋਟੀਆਂ ਜਿਹੜੀਆਂ ਆ ਉਹ ਮੁਸ਼ਕਿਲਾਂ ਤੋਂ ਆਪਾਂ ਪਾਰ ਲੰਘ ਸਕੀਏ। ਕਹਿੰਦੇ ਇੱਕ ਵਾਰੀ ਜਦੋਂ ਸਭ ਕੁਝ ਸੈੱਟ ਹੁੰਦਾ ਤੇ ਜਿੱਦਾਂ ਕਮੇਟੀਆਂ ਰੂਲਸ ਦੇ ਹਿਸਾਬ ਦੇ ਨਾਲ, ਕਾਨੂੰਨ ਦੇ ਹਿਸਾਬ ਦੇ ਨਾਲ ਕੰਮ ਕਰਨੀਆਂ ਚਾਹੀਦੀਆਂ ਆ, ਉਸ ਦੇ ਵੱਲ ਨੂੰ ਆਪਾਂ ਆਪਣੇ ਸਦਨ ਨੂੰ, ਕਾਰਵਾਈ ਨੂੰ ਜਿਹੜਾ ਹੁਣ ਤੋਰਨਾ ਜਿਹੜਾ ਉਹ ਸ਼ੁਰੂ ਕਰਾਂਗੇ। ਸੋ ਹਾਊਸ ਦੇ ਡੈਮੋਕ੍ਰੇਟਸ ਕਹਿੰਦੇ ਅਜੇ ਵੀ ਮੈਜਰ ਨੂੰ ਲੈ ਕੇ ਡਿਸਕਸ ਕਰ ਰਹੇ ਆ। ਅਜੇ ਕੋਈ ਫਾਈਨਲ ਡਿਸੀਜਨ ਨਹੀਂ ਇਹਨਾਂ ਨੇ ਲਿਆਂਦਾ, ਪਰ ਅੰਦਰ ਖਾਤੇ ਇਹ ਜਿਹੜੀਆਂ ਕਿਆਸਰਾਈਆਂ ਸਾਹਮਣੇ ਆਈਆਂ ਆ, ਕੁਛ ਅਟਕਲਾਂ ਸਾਹਮਣੇ ਆਈਆਂ ਆ ਵੀ ਜਿਹੜੇ ਕੁਛ ਡੈਮੋਕ੍ਰੇਟਸ ਆ ਇਸ ਮੈਜਰ ਦਾ ਸਾਥ ਜਿਹੜਾ ਆ ਉਹ ਦੇ ਸਕਦੇ ਹੈਗੇ ਆ। ਜਿਹੜੇ ਮਾਈਕ ਜੌਨਸਨ ਆ, ਉਹਨਾਂ ਨੇ ਬੀਤੇ ਸ਼ਨੀਚਰਵਾਰ ਇਹ ਸਟਾਪ ਗੈਪ ਬਿੱਲ ਆ, ਇਸ ਨੂੰ ਪੇਸ਼ ਕੀਤਾ ਸੀਗਾ। ਕਹਿੰਦੇ ਵੀ ਇਹਦੇ ਨਾਲ 19 ਜਨਵਰੀ ਤੱਕ ਜਿਹੜੀਆਂ ਸਰਕਾਰੀ ਏਜੰਸੀਜ਼ ਆ ਉਹਨਾਂ ਨੂੰ ਫੰਡਿੰਗ ਜਿਹੜੀ ਉਹ ਮਿਲੂਗੀ, ਤੇ ਕੁਛ ਕੁ ਹੋਰ ਜਿਹੜੀਆਂ ਉਹ 2 ਫਰਵਰੀ ਤੱਕ ਕੰਮ ਕਰਦੀਆਂ ਰਹਿਣਗੀਆਂ। ਇਸ ਮੈਜਰ ਦੇ ਵਿੱਚ ਜਿਹੜੇ ਕੰਜ਼ਰਵੇਟਿਵਸ ਦੀ ਮੰਗ ਸੀਗੀ ਯੂਕਰੇਨ ਦੀ ਫੰਡਿੰਗ ਦੀ ਘੱਟ, ਇਜ਼ਰਾਈਲ ਨੂੰ ਲੈ ਕੇ ਜਾਂ ਸਦਰਨ ਬਾਰਡਰ ਨੂੰ ਲੈ ਕੇ, ਉਹ ਸਾਰਾ ਕੁਛ ਨਹੀਂ ਜਿਹੜਾ ਉਹ ਹੈਗਾ। ਸੋ ਇਹ ਬਿੱਲ ਕਹਿੰਦੇ ਵੀ ਇਸ ਨੂੰ ਜਿਹੜਾ ਉਹ ਰੋਕਣਾ, ਖਾਸ ਕਰਕੇ ਕ੍ਰਿਸਮਸ ਦੀ ਰੀਸੈਸ ਤੋਂ ਪਹਿਲਾਂ, ਇਹ ਇੱਕ ਬਹੁਤ ਵੱਡੀ ਜਿਹੜੀ ਆ ਉਹ ਮੁਸ਼ਕਿਲ ਆਊਗੀ। ਉਸ ਦੇ ਲਈ ਉਹਨਾਂ ਨੇ ਕਿਹਾ ਵੀ ਅਸੀਂ ਚਾਹੁੰਦੇ ਆ ਵੀ ਅਸੀਂ ਅਮਰੀਕਨਸ ਨੂੰ ਜਵਾਬ ਦੇ ਆ, ਤੇ ਕਿਤੇ ਨਾ ਕਿਤੇ ਅਸੀਂ ਚਾਹੁੰਦੇ ਆ ਵੀ ਭਾਈ ਜਿਹੜੀ ਸਰਕਾਰ ਆ ਉਹ ਚੱਲਦੀ ਰਹੇ, ਅਦਰਵਾਈਜ਼ ਕੰਮ ਖਰਾਬ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਹੋ ਸਕਦਾ ਆ। ਅਗਲੇ ਸਾਲ ਇਲੈਕਸ਼ਨ ਆ, ਇਹ ਦੂਜੀ ਵਾਰੀ ਦੂਜੇ ਮਹੀਨੇ ਦੇ ਵਿੱਚ ਇਹ ਲਗਾਤਾਰ ਜਿਹੜਾ ਉਹ ਰੌਲਾ ਫੈਡਰਲ ਸਰਕਾਰ ਦੇ ਬੰਦ ਹੋਣ ਦਾ, ਫੰਡਿੰਗ ਨੂੰ ਜਿਹੜਾ ਉਹ ਕੱਟ ਕਰਨ ਦਾ ਜਾਂ ਉਸ ਨੂੰ ਅਪਰੂਵ ਨਾ ਕਰਨ ਦਾ, ਉਸ ਨੂੰ ਪਾਸ ਨਾ ਕਰਨ ਦਾ, ਇਹ ਰੌਲਾ ਲਗਾਤਾਰ ਦੂਸਰੇ ਮਹੀਨੇ ਆਪਾਂ ਦੇਖ ਰਹੇ ਹਾਂ ਜੀ। ਨਿਊਯਾਰਕ ਟਾਈਮ ਦੇ ਮੁਤਾਬਕ 400 ਤੋਂ ਵੱਧ ਯੂਐਸ ਦੇ ਜੋ ਆਫੀਸ਼ੀਅਲਸ ਆ, ਉਹਨਾਂ ਨੇ ਇੱਕ ਲੈਟਰ ਸਾਈਨ ਕੀਤਾ ਹੈਗਾ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਇਜ਼ਰਾਈਲ ਪਾਲਿਸੀ ਦੇ ਅਗੇਂਸਟ। ਜਿਹੜੇ ਸਿਗਨੇਚਰ ਜਿਹੜੇ ਲੋਕਾਂ ਨੇ ਕੀਤੇ ਆ, ਉਹ ਲਗਭਗ ਯੂਐਸ ਦੀਆਂ 40 ਦੇ ਕਰੀਬ ਗਵਰਨਮੈਂਟ ਏਜੰਸੀਜ਼ ਦੇ ਲਈ ਕੰਮ ਕਰਦੇ ਆ, ਤੇ ਉਹਨਾਂ ਨੇ ਆਪਣਾ ਡਿਸੈਂਟ ਜਿਹੜਾ ਸ਼ੋ ਕੀਤਾ ਆ। ਕਹਿੰਦੇ ਪਈ ਜਿਹੜੇ ਲੇਟੈਸਟ ਸਰਵੇ ਆਏ ਆ, 66% ਅਮਰੀਕਨ ਕਹਿੰਦੇ ਆ ਵੀ ਇਮੀਡੀਏਟਲੀ ਸੀਜ਼ ਫਾਇਰ ਹੋਣਾ ਚਾਹੀਦਾ। ਉੱਥੇ ਬਹੁਤ ਜ਼ਿਆਦਾ ਜਿਹੜਾ ਜ਼ੁਲਮ ਆ ਉਹ ਪੈਲਸਤੀਨੀਅਨ ਦੇ ਉੱਤੇ ਹੋ ਰਿਹਾ ਹੈਗਾ। ਇੰਟਰਨਲ ਮੈਮੋਜ਼ ਜੋ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੂੰ ਕਹਿੰਦੇ ਵੀ ਦਰਜਨਾਂ ਦੇ ਕਰੀਬ ਸਟੇਟ ਡਿਪਾਰਟਮੈਂਟ ਦੇ EMPLOYEES ਵੱਲੋਂ ਭੇਜੇ ਗਏ ਆ। 1000 ਤੋਂ ਵੱਧ US ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ EMPLOYEES ਵੱਲੋਂ ਭੇਜੇ ਗਏ ਸੀ। ਇਸ ਲੈਟਰ ਵਿੱਚ ਇਹ ਵੀ ਇਹ ਕਿਹਾ ਗਿਆ ਆ ਵੀ US ਨੂੰ ਬਿਨਾਂ ਕਿਸੇ ਗੱਲ ਦੇ ਇਸ ਮਿਡਲ ਈਸਟ ਦੀ ਜੋ ਜੰਗ ਚੱਲ ਰਹੀ ਆ ਉਹਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ ਹੈਗਾ। ਓਵਰਆਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਸਰਵੇ ਦੇ ਮੁਤਾਬਕ 66% ਅਮਰੀਕਨ, ਇਨਕਲੂਡਿੰਗ 80% ਉਹ ਡੈਮੋਕ੍ਰੇਟਸ ਜਿਹੜੇ ਕਹਿੰਦੇ ਆ ਕਿ ਅਸੀਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਵੋਟ ਪਾਈ ਸੀ, ਉਹ ਇਸ ਦੇ ਨਾਲ ਐਗਰੀ ਨਹੀਂ ਕਰ ਰਹੇ। ਅਕਤੂਬਰ 7 ਤੋਂ ਬਾਅਦ ਜਿਹੜਾ ਹਮਾਸ ਨੇ ਜਦੋਂ ਅਟੈਕ ਕੀਤਾ ਸੀ, ਜਿਸ ਦੇ ਦੌਰਾਨ 1400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਇਜ਼ਰਾਈਲ 'ਚ, ਤੇ 11,000 ਤੋਂ ਵੱਧ ਜਿਹੜੇ ਪੈਲਸਤੀਨੀਅਨ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਸੋ ਇਸ ਚੀਜ਼ ਨੂੰ ਲੈ ਕੇ ਇੰਟਰਨਲੀ ਜਿਹੜਾ ਆ ਹੁਣ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਆ ਬਾਈਡਨ ਦੀ ਸਰਕਾਰ ਦੇ ਉੱਤੇ ਹੈਗਾ ਆ। ਦੂਸਰੇ ਪਾਸੇ ਅੱਜ CNBC ਨੇ ਰਿਪੋਰਟ ਕੀਤਾ ਆ ਵੀ ਬੱਸਾਂ ਭਰ ਕੇ ਇੱਕ ਮਾਰਚ ਹੋ ਰਿਹਾ, ਮਾਰਚ ਫॉर ਇਜ਼ਰਾਈਲ। ਜੋ ਇਜ਼ਰਾਈਲ ਦੇ ਲੋਕ ਆ ਉਹਨਾਂ ਦੀ ਸਪੋਰਟ ਦੇ ਲਈ ਵਾਸ਼ਿੰਗਟਨ DC ਦੇ ਵਿੱਚ ਨੈਸ਼ਨਲ ਮਾਲ ਜੋ ਹੈਗਾ ਉਹਦੇ ਸਾਹਮਣੇ ਉੱਥੇ ਪ੍ਰੋਟੈਸਟ ਹੋਊਗਾ, ਤੇ ਜਿਹੜਾ ਸਿਕਿਉਰਿਟੀ ਲੈਵਲ ਨੂੰ ਵੀ ਇਨਕਰੀਜ਼ ਕਰ ਦਿੱਤਾ ਗਿਆ। ਐਂਟੀ ਸੈਮਿਟਿਜ਼ਮ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਹੋਇਆ, ਯੂਨੀਵਰਸਿਟੀਆਂ ਦੇ ਵਿੱਚ ਲੜਾਈਆਂ ਹੋ ਰਹੀਆਂ ਹੈਗੀਆਂ, ਤੇ ਕਾਫੀ ਜਿਹੜਾ ਆਪਾਂ ਦੇਖਿਆ ਸੀ ਵੀ ਪਿਛਲੇ ਵੀਕਐਂਡ ਦੇ ਦੌਰਾਨ ਆਪਣੇ ਲੰਡਨ ਦੇ ਵਿੱਚ 3 ਲੱਖ ਤੋਂ ਵੱਧ ਪ੍ਰੋ ਪੈਲਸਤੀਨੀਅਨ ਲੋਕਾਂ ਨੇ ਜਿਹੜਾ ਆ ਪ੍ਰੋਟੈਸਟ ਕੀਤਾ ਸੀ। ਸੋ ਹੁਣ USA ਦੇ ਵਿੱਚ ਪ੍ਰੋ ਇਜ਼ਰਾਈਲੀ ਲੋਕ ਜੋ ਆ
ਉਹ ਅੱਜ ਪ੍ਰੋਟੈਸਟ ਕਰਨ ਜਾ ਰਹੇ ਹੈਗੇ ਆ। ਉੱਥੇ ਇਜ਼ਰਾਈਲ ਦੇ ਇੱਕ ਪ੍ਰੈਜ਼ੀਡੈਂਟ ਜਿਹੜੇ ਆ ਸਾਬਕਾ, ਉਹਨਾਂ ਨੇ ਵੀ ਬੋਲਣਾ ਆ। ਵੱਖ-ਵੱਖ ਸ਼ਹਿਰਾਂ ਤੋਂ ਬੱਸਾਂ ਭਰ ਕੇ ਜਿਹੜੇ ਯੂਜ਼ ਆ ਜਾਂ ਜਿਹੜੇ ਪ੍ਰੋ ਇਜ਼ਰਾਈਲ ਲੋਕ ਆ, ਉਹ ਪ੍ਰੋਟੈਸਟ ਕਰਨ ਜਾ ਰਹੇ ਆ ਤੇ ਉਹਨਾਂ ਦੇ ਉੱਤੇ ਉੱਥੇ ਤਾਂ ਅਟੈਕ ਹੋਇਆ ਹੀ ਸੀ, ਪਰ ਅਮਰੀਕਾ ਦੇ ਵਿੱਚ ਵੀ ਜਿਹੜਾ ਆ ਹੇਟ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਜੀ ਬਿਲਕੁਲ, ਸਥਿਤੀ ਜਿਹੜੀ ਉਹ ਮਾੜੀ ਆ। ਅੱਜ ਇਜ਼ਰਾਈਲ ਵਾਲਿਆਂ ਨੇ ਉੱਥੇ ਗਾਜ਼ਾ ਦੇ ਉਸ ਚਿਲਡਰਨ ਹਸਪਤਾਲ ਤੋਂ ਇਹ ਦਾਅਵਾ ਕੀਤਾ ਵੀ ਜਿਹੜੇ ਹਮਾਸ ਵਾਲੇ ਆ ਉਹ ਇਸ ਹਸਪਤਾਲ ਦੇ ਹੇਠਾਂ ਸੁਰੰਗਾਂ ਦੇ ਵਿੱਚ ਆਪਣਾ ਕਮਾਂਡ ਸੈਂਟਰ ਜਿਹੜਾ ਉਹ ਬਣਾਈ ਬੈਠੇ ਸੀ। ਉਹਨਾਂ ਨੇ AK-47, ਬਰੂਦ, ਸੁਸਾਈਡ ਵੈਸਟ ਤੇ ਹੋਰ ਸਾਰੀਆਂ ਚੀਜ਼ਾਂ ਦੁਨੀਆ ਦੇ ਮੋਹਰੇ ਜਿਹੜੀਆਂ ਉਹ ਪੇਸ਼ ਕੀਤੀਆਂ। ਹਮਾਸ ਨੇ ਇਸ ਪੂਰੀ ਗੱਲ ਨੂੰ ਜਿਹੜਾ ਉਹ ਨਕਾਰਿਆ ਆ। ਅਜੇ ਤੱਕ ਕੋਈ ਵੀ ਜਿਹੜਾ ਨਿਊਜ਼ ਸੋਰਸ ਆ ਇਸ ਨੂੰ ਕਨਫਰਮ ਨਹੀਂ ਕਰ ਸਕਿਆ ਵੀ ਵਾਕਿਆ ਕੀ ਹਮਾਸ ਵਾਲੇ ਇਸ ਹਸਪਤਾਲ ਦੇ ਹੇਠੋਂ ਕੰਮ ਜਿਹੜੇ ਉਹ ਕਰ ਰਹੇ ਸੀਗੇ। ਸੋ ਇਹ ਨਵਾਂ ਬਿਰਤਾਂਤ ਜਿਹੜਾ ਇਜ਼ਰਾਈਲ ਵਾਲੇ ਇਸ ਟਾਈਮ ਪੇਸ਼ ਕਰ ਰਹੇ ਆ ਵੀ ਹਸਪਤਾਲਾਂ ਦੇ ਹੇਠੋਂ ਜਿਹੜੇ ਹਮਾਸ ਵਾਲੇ ਆ ਉਹ ਕੰਮ ਕਰ ਰਹੇ ਆ। ਇਸੇ ਲਈ ਕਹਿੰਦੇ ਵੀ ਅਸੀਂ ਹਸਪਤਾਲਾਂ ਨੂੰ ਖਾਲੀ ਇਵੈਕੂਏਟ ਜਿਹੜੇ ਆ ਉਹ ਕਰਵਾ ਰਹੇ ਹੈਗੇ ਆ। ਲਾਸ਼ਾਂ ਦੇ ਢੇਰ ਜਿਹੜੇ ਉਹ ਲੱਗ ਰਹੇ ਆ। ਇੱਕ ਪਾਸੇ ਹਸਪਤਾਲਾਂ ਨੂੰ ਘੇਰੀ ਬੈਠੇ ਆ IDF ਵਾਲੇ, ਇਜ਼ਰਾਈਲੀ ਡਿਫੈਂਸ ਫੋਰਸਿਸ, ਤੇ ਉੱਥੇ ਕਹਿੰਦੇ ਵੀ ਮਾਸ ਗ੍ਰੇਵਸ ਜਿਹੜੇ ਗਾਜ਼ਾ ਦੇ ਰਹਿ ਰਹੇ ਲੋਕ ਆ ਉਹਨਾਂ ਨੂੰ ਉੱਥੇ ਬਣਾਉਣੀਆਂ ਪੈ ਰਹੀਆਂ ਹੈਗੀਆਂ। ਸੋ ਲਗਾਤਾਰ ਹਮਲੇ ਇਜ਼ਰਾਈਲ ਦੇ ਦੁਆਰਾ ਜਿਹੜੇ ਉਹ ਚੱਲ ਰਹੇ ਆ। ਉਧਰ ਵੈਸਟ ਬੈਂਕ ਦੇ ਵਿੱਚ ਵੀ ਸਥਿਤੀ ਜਿਹੜੀ ਆ ਉਹ ਮਾੜੀ ਕਈ ਜਿਹੜੇ ਪੈਲਸਤੀਨੀ ਲੋਕ ਆ ਉਹਨਾਂ ਦੇ ਲਈ ਬਣੀ ਆ, ਕਿਉਂਕਿ ਇਜ਼ਰਾਈਲੀ ਸੈਟਲਰਸ ਤੇ ਇੱਥੋਂ ਤੱਕ ਵੀ ਜਿਹੜੇ ਮਿਲਟਰੀ ਵਾਲੇ ਆ ਉਹਨਾਂ ਦੇ ਨਾਲ ਜਿਹੜਾ ਵਤੀਰਾ ਆ ਉਹ ਚੰਗਾ ਨਹੀਂ ਰੱਖ ਰਹੇ ਹੈਗੇ। ਸੋ ਨੇਤਨਯਾਹੂ ਕਹਿੰਦੇ ਆ ਵੀ ਉਹ ਜਿਹੜੇ ਕੈਪਟਿਵਸ ਦੇ ਬਾਰੇ ਅਪਡੇਟ ਆ, ਮਹੀਨੇ ਤੋਂ ਵੱਧ ਹੋ ਗਿਆ ਸਮਾਂ, ਉਸ ਦੇ ਬਾਰੇ ਜਿਹੜੀ ਅਪਡੇਟ ਆ ਉਹ ਜਲਦ ਹੀ ਜਿਹੜੀ ਉਹ ਪ੍ਰਦਾਨ ਕਰਨਗੇ। ਇਹਨਾਂ ਨੇ ਜਿਹੜੀ ਮਰਨ ਵਾਲਿਆਂ ਦੀ ਸੰਖਿਆ ਆ ਇਜ਼ਰਾਈਲ ਦੇ ਵਿੱਚ, ਜਿਹੜੀ ਪਹਿਲਾਂ 1400 ਕਹਿੰਦੇ ਸੀ, ਉਸ ਨੂੰ ਘਟਾ ਕੇ ਜਿਹੜਾ ਆਈ ਥਿੰਕ 1000 ਦੇ ਇਰਦ ਗਿਰਦ ਜਿਹੜਾ ਉਹ ਕਰ ਦਿੱਤਾ ਹੈ। ਪਹਿਲੋਂ ਨੰਬਰ ਕਹਿੰਦੇ ਵੀ ਅਸੀਂ ਜ਼ਿਆਦਾ ਦੱਸ ਬੈਠੇ ਸੀ। ਰੀਸੈਂਟਲੀ ਇੱਕ ਹੋਰ ਵੀਡੀਓ ਫੁਟੇਜ ਦੀ ਇੱਕ ਇਹ ਚਰਚਾ ਜਿਹੜੀ ਉਹ ਚੱਲੀ ਆ, ਜਦ ਹਮਾਸ ਨੇ ਹਮਲਾ ਕੀਤਾ ਤਾਂ ਇਜ਼ਰਾਈਲੀਆਂ ਨੇ ਵੀ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਗੋਲੀਬਾਰੀ ਜਿਹੜੀ ਕੀਤੀ ਸੀ, ਕਹਿੰਦੇ ਇਨਡਿਸਕ੍ਰਿਮੀਨੇਟਲੀ, ਬਗੈਰ ਦੇਖੇ ਵੀ ਕੌਣ ਅੱਗੇ ਹੈਗਾ ਆ, ਉਹਨਾਂ ਨੇ ਗੋਲੀਆਂ ਚਲਾਈਆਂ, ਜਿਸ ਦੇ ਵਿੱਚ ਇਹ ਜਿਹੜੇ ਵਿਰੋਧੀ ਵਾਲੇ ਆ ਉਹ ਕਹਿ ਰਹੇ ਆ, ਇਹ ਖਦਸ਼ਾ ਪ੍ਰਗਟਾ ਰਹੇ ਆ ਵੀ ਹੋ ਸਕਦਾ ਹੈ ਵੀ ਜਿਹੜੇ ਇਜ਼ਰਾਈਲੀ ਕਈ ਮਰੇ ਆ ਉਹ ਇਹਨਾਂ ਦੀਆਂ ਆਪਣੀਆਂ ਹੀ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਵੀ ਹੋਏ ਹੋ ਸਕਦੇ ਆ। ਦੋਨੋਂ ਤਰਫੋਂ ਜਿਹੜਾ ਪ੍ਰੋਪੋਗੰਡਾ ਆ, ਬਿਰਤਾਂਤ ਆ ਨਵੇਂ ਜਿਹੜੇ ਆ ਉਹ ਸਜਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਇਸ ਟਾਈਮ ਚੱਲ ਰਹੀ ਆ। ਪਰ ਮਨੁੱਖਤਾ ਦਾ ਘਾਣ ਜਿਹੜਾ ਉਹ ਸਿਖਰ ਦੇ ਉੱਤੇ ਇਸ ਗਾਜ਼ਾ ਪੱਟੀ ਦੇ ਵਿੱਚ ਪਹੁੰਚ ਚੁੱਕਾ ਆ, ਜਿੱਥੇ ਕਈ ਲੋਕ ਦੁਨੀਆ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕ ਸੀਜ਼ ਫਾਇਰ, ਸ਼ਾਂਤੀ ਦੀ ਜਿਹੜੀ ਉਹ ਗੱਲ ਕਰ ਰਹੇ ਆ, ਪਰ ਹਾਲ ਦੀ ਘੜੀ ਇਜ਼ਰਾਈਲ ਵਾਲੇ ਇਸ ਸੀਜ਼ ਫਾਇਰ ਦੇ ਲਈ ਬਿਲਕੁਲ ਵੀ ਮੰਨ ਨਹੀਂ ਰਹੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਯੂਨੀਵਰਸਿਟੀਜ਼ ਦੇ ਜਿੰਨੇ ਵੀ ਚਾਂਸਲਰਸ ਆ ਉਹਨਾਂ ਨੂੰ ਲੈਟਰ ਲਿਖਿਆ ਆ ਵੀ ਲੇਟਲੀ ਜੋ ਇਜ਼ਰਾਈਲ ਹਮਾਸ ਦੀ ਜੰਗ ਦੇ ਕਾਰਨ ਕਾਲਜ ਦੇ ਕੈਂਪਸਸ ਦੇ ਵਿੱਚ ਜੋ ਲੜਾਈ ਝਗੜੇ ਵੱਧ ਰਹੇ ਹੈਗੇ ਆ, ਡਿਸਪਿਊਟਸ ਵੱਧ ਰਹੀਆਂ ਆ, ਉਸ ਨੂੰ ਜਿਹੜਾ ਆ ਕੰਟਰੋਲ ਦੇ ਵਿੱਚ ਕੀਤਾ ਜਾਵੇ। ਪੀਸ ਫॉर ਅਫਿਨਿਟੀ ਦੇ ਡਾਇਲੋਗ ਜਿਹੜਾ ਆ ਉਸ ਨੂੰ ਸ਼ੁਰੂ ਕੀਤਾ ਜਾਵੇ। ਐਂਟੀਸੈਮਿਟਿਜ਼ਮ ਤੇ ਇਸਲਾਮੋਫੋਬੀਆ ਦੋਨੋਂ ਹੀ ਇਸ ਟਾਈਮ ਦੇ ਉੱਤੇ ਪੀਕ ਦੇ ਉੱਤੇ ਹੈਗੇ ਆ। ਜਿਊਜ਼, ਅਰਬਸ, ਮੁਸਲਮ, ਇਹ ਸਾਰਿਆਂ ਨੂੰ ਜਿਹੜਾ ਆ ਵੱਖ-ਵੱਖ ਲੋਕਾਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈਗਾ। ਗੈਬਨ ਨਿਊਸਮ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਕੈਲੀਫੋਰਨੀਆ ਕਮਿਊਨਿਟੀ ਕਾਲਜਸ ਨੂੰ ਇਹ ਜਿਹੜੀ ਆ ਈਮੇਲ ਲਿਖੀ ਹੈਗੀ ਆ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਆ ਗਵਰਨਮੈਂਟ ਵੱਲੋਂ, ਉਹ ਉਹਨਾਂ ਦੇ ਨਾਲ ਬਿਲਕੁਲ ਰੈਡੀ ਹੈਗੇ ਆ ਸ਼ੇਅਰ ਕਰਨ ਦੇ ਲਈ। UC ਦੇ ਪ੍ਰੈਜ਼ੀਡੈਂਟ ਮਾਈਕਲ ਵੀ ਡਰੇਕ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਚਾਂਸਲਰ ਮਿਲਡਰੈਡ ਗਾਰਸੀਆ, ਕੈਲੀਫੋਰਨੀਆ ਕਮਿਊਨਿਟੀ ਕਾਲਜਸ ਦੇ ਚਾਂਸਲਰ ਸੋਨੀਆ ਕ੍ਰਿਸਚੀਅਨ ਤੇ ਜਿਊਜ਼ ਗਰੁੱਪ, ਸਾਰੇ ਜਿਹੜੇ ਆ ਇਹ ਰਲ ਕੇ ਇੱਕ ਪ੍ਰੋਗਰਾਮ ਤਿਆਰ ਕਰ ਰਹੇ ਆ, ਜਿਹਦੇ ਤਹਿਤ ਜੋ ਯੂਨੀਵਰਸਿਟੀ ਦੇ ਸਟੂਡੈਂਟਸ ਹੈਗੇ ਆ ਉਹਨਾਂ ਦੇ ਆਪਸ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਆ ਲੜਾਈ ਝਗੜਾ ਨਾ ਹੋਵੇ, ਤਾਂ ਕਿ ਜਿਹੜਾ ਇਹ ਵਾਰ ਉੱਥੇ ਚੱਲ ਰਹੀ ਹੈਗੀ ਆ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਾਂ ਆਪਣੇ ਸਾਡੇ ਮੁਲਕ ਦੇ ਵਿੱਚ ਵੀ ਵਾਇਲੈਂਸ ਕਿਸੇ ਤਰ੍ਹਾਂ ਦੀ ਜਿਹੜੀ ਆ ਉਹ ਨਾ ਵਧੇ। ਜੀ ਜੀ, ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਹੈ ਇਸ ਨੂੰ ਜਿਹੜਾ ਜਾਰੀ ਰੱਖਾਂਗੇ। ਇਨਫਲੇਸ਼ਨ ਨੂੰ ਲੈ ਕੇ ਨਵੇਂ ਨੰਬਰ ਜਿਹੜੇ ਆ ਉਹ ਸਾਹਮਣੇ ਆਏ ਆ, ਉਹ ਕੀ ਆਖਦੇ ਨੇ ਉਹਦੇ ਬਾਰੇ ਜਿਹੜੀ ਉਹ ਚਰਚਾ
ਕਰਾਂਗੇ ਯੂਐਸ ਚਾਈਨਾ ਦੇ ਰਿਲੇਸ਼ਨ ਨੂੰ ਲੈ ਕੇ ਜਿਹੜੀ ਆਉਣ ਜਾ ਰਹੀ ਮੀਟਿੰਗ ਆ ਉਸ ਨੂੰ ਲੈ ਕੇ ਕੀ ਕਿਆਸ ਰਹੀਆਂ ਚੱਲ ਰਹੀਆਂ ਉਸ ਬਾਰੇ ਵੀ ਚਰਚਾ ਜਿਹੜੀ ਉਹ ਕਰਦੇ ਚੱਲਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਜੀ ਚੱਲੀਏ। ਕੈਲੀਫੋਰਨੀਆ ਦੇ ਗਵਰਨਰ ਦਾ ਕਾਫੀ ਜਿਹੜਾ ਆ ਲੋਕ ਹੁਣ ਮਜ਼ਾਕ ਬਣਾ ਰਹੇ ਆ। ਜਿਸ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸਟੇਟਮੈਂਟ ਦਿੱਤੀ ਆ ਵੀ ਅਸੀਂ ਸੈਨ ਫਰਾਂਸਿਸਕੋ ਨੂੰ ਕਲੀਨ ਕਰ ਦਿੱਤਾ ਚਾਈਨਾ ਸਮਿਟ ਦੇ ਲਈ। ਲੋਕ ਕਹਿ ਰਹੇ ਆ ਵੀ ਤੁਸੀਂ ਹੁਣ ਚਾਈਨਾ ਸਮਿਟ ਲਈ ਤਾਂ ਕਲੀਨ ਕਰਤਾ, ਪਰ ਜਿਹੜੇ ਕੈਲੀਫੋਰਨੀਅਨ ਲੋਕ ਆ ਉਹਨਾਂ ਦੇ ਲਈ ਪਹਿਲਾਂ ਕਿਉਂ ਨਹੀਂ ਕਲੀਨ ਕਰ ਸਕੇ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕੈਲੀਫੋਰਨੀਆ ਦਾ ਗਵਰਨਰ ਗੈਬਨ ਨਿਊਸਮ ਸੈਨ ਫਰਾਂਸਿਸਕੋ ਦਾ ਬਹੁਤ ਲੰਮਾ ਸਮਾਂ ਜਿਹੜਾ ਮੇਅਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਤੇ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ ਬੁੱਧਵਾਰ ਨੂੰ ਮਿਲਣ ਜਾ ਰਹੇ ਆ ਏਸ਼ੀਅਨ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਦੇ ਦੌਰਾਨ ਫੇਸ ਟੂ ਫੇਸ। ਸੋ ਇਸ ਕਰਕੇ ਕੱਲ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਗਵਰਨਰ ਗੈਬਨ ਨਿਊਸਮ ਨੇ। ਸੋ ਉਹਨੂੰ ਦੇਖਦੇ ਹੋਏ ਆਰਐਨਸੀ ਰਿਸਰਚ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਹਾਂ ਤੁਸੀਂ ਜਿਹੜੇ ਆ ਫੋਰਨ ਲੀਡਰਸ ਦੇ ਲਈ ਤਾਂ ਸਾਡਾ ਸ਼ਹਿਰ ਕਲੀਨ ਕਰ ਦਿੱਤਾ, ਜਿਹੜੇ ਲੋਕਲ ਲੋਕ ਆ ਉਹਨਾਂ ਦੇ ਲਈ ਕਲੀਨ ਇੰਨਾ ਟਾਈਮ ਕਿਉਂ ਨਹੀਂ ਕਰ ਸਕੇ। ਇਹ ਬਹੁਤ ਸੈਡਿਸਟ ਪਾਰਟ ਹੈਗਾ। ਸਰਾ ਹਕਵੀ ਸੈਂਡਰਸ ਜੋ ਰਿਪਬਲਿਕਨ ਅਰਕਨਸਾ ਦੇ ਗਵਰਨਰ ਆ, ਉਹ ਕਹਿੰਦੇ ਆ ਵੀ ਕੈਲੀਫੋਰਨੀਆ ਨੂੰ ਸ਼ਹਿਰ ਜਿਹੜਾ ਕੈਲੀਫੋਰਨੀਆ ਦਾ ਸੈਨ ਫਰਾਂਸਿਸਕੋ ਆ ਉਸ ਨੂੰ ਕਲੀਨ ਕਰਨ ਦੇ ਲਈ ਚਾਈਨੀਜ਼ ਜਿਹੜਾ ਪ੍ਰੀਮੀਅਰ ਆ ਉਹਨੂੰ ਇੱਥੇ ਆਉਣਾ ਪਿਆ। ਪਰ ਉਹ ਕਹਿੰਦੀ ਵੀ ਮੇਰੀ ਸਟੇਟ ਜਿਹੜੀ ਅਰਕਨਸਾ ਆ ਉਹਦੇ ਵਿੱਚ ਅਸੀਂ ਕ੍ਰਾਈਮ ਵੀ ਖਤਮ ਕਰ ਦਿੱਤਾ, ਟੈਕਸ ਵੀ ਲੋਕਾਂ ਦੇ ਘਟਾ ਦਿੱਤੇ। ਕਿਸੇ ਤਰ੍ਹਾਂ ਦੀ ਹੋਮਲੈਸਨੈਸ ਨਹੀਂ ਅਰਕਨਸਾ ਦੇ ਵਿੱਚ। ਅਸੀਂ ਆਪਣੀ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਜਿਹੜੇ ਆ ਮਨੀ ਇਨਵੈਸਟ ਕਰ ਰਹੇ ਹੈਗੇ ਆ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਆ, ਈਵਨ ਲੋਕਲ ਲੋਕ ਜੋ ਰਹਿਣ ਵਾਲੇ ਆ, ਉਹ ਵੀ ਜਿਹੜੇ ਕਾਫੀ ਅਪਸੈਟ ਹੈਗੇ ਆ ਵੀ ਜੋ ਕੰਮ ਇਹ ਹੁਣ ਕੀਤਾ ਗਿਆ ਪਹਿਲਾਂ ਕਿਉਂ ਨਹੀਂ ਕੀਤਾ ਗਿਆ। ਤੇ ਕਈ ਲੋਕ ਤਾਂ ਇਹ ਵੀ ਕਹਿ ਰਹੇ ਆ ਵੀ ਸਮਿਟ ਤੋਂ ਬਾਅਦ ਫਿਰ ਮੁੜ ਕੇ ਉਹੀ ਸਿਚੁਏਸ਼ਨ ਜਿਹੜੀ ਆ ਉਹ ਨਾ ਬਣ ਜਾਵੇ। ਮਾਈਕਲ ਸੇਫਰਟ ਇੱਕ ਹੈਗੇ ਆ ਰਿਪਬਲਿਕਨ, ਉਹ ਕਹਿੰਦੇ ਆ ਵੀ ਇਹ ਤੋਂ ਇਹ ਲੱਗਦਾ ਆ ਵੀ ਜੇ ਲੀਡਰ ਚਾਹਣ, ਈਵਨ ਦੋ ਡੈਮੋਕ੍ਰੇਟ ਚਾਹੇ ਕਹਿੰਦੇ ਰੈਡੀਕਲ ਲੈਫਟ ਵਿੰਗ ਵਾਲੇ, ਤਾਂ ਉਹ ਬਿਲਕੁਲ ਸ਼ਹਿਰਾਂ ਨੂੰ ਕਲੀਨ ਕਰ ਸਕਦੇ ਹੈਗੇ ਆ। ਉਹਨਾਂ ਨੇ ਤਾਂ ਇੱਥੇ ਤੱਕ ਕਿਹਾ ਵੀ ਇਹ ਉਦੋਂ ਹੀ ਕਰਦੇ ਆ ਜਦੋਂ ਫੋਰਨ ਡਿਕਟੇਟਰਸ ਸਾਡੇ ਸ਼ਹਿਰ ਦੇ ਵਿੱਚ ਆ ਰਹੇ ਹੈਗੇ। ਜੀ, ਉਹਦੇ ਨਾਲ ਹੀ ਗੱਲ ਕਰ ਜਾਈਏ। ਯੂਐਸ ਚਾਈਨਾ ਦੇ ਜਿਹੜੇ ਟੈਂਸ਼ਨਸ ਪਿਛਲੇ ਕੁਝ ਸਾਲਾਂ ਤੋਂ ਵਧੀਆਂ ਹੋਈਆਂ ਆ। ਤੇ ਕਹਿੰਦੇ ਵੀ ਦੋਨਾਂ ਮੁਲਕਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਸੈਨ ਫਰਾਂਸਿਸਕੋ ਜਿੱਥੇ ਸਾਫ਼ ਸਫਾਈ ਦੀ ਮੁਹਿੰਮ ਜਿਹੜੀ ਹੁਣ ਚਲਾਈ ਹੋਈ ਆ, ਜਿਹਦੇ ਬਾਰੇ ਨਿਊਸਮ ਨੇ ਕਿਹਾ ਇਟਸ ਟਰੂ ਬਿਕੋਜ਼ ਇਟਸ ਟਰੂ, ਵੀ ਹਾਂ ਭਾਈ ਇਹਦੇ ਕਰਕੇ ਹੀ ਜਿਹੜੀ ਅਸੀਂ ਸਫਾਈ ਕੀਤੀ ਆ। ਉਹ ਮੰਨਦੇ ਆ ਵੀ ਆਹ ਚੀਜ਼ ਜਿਹੜੀ ਉਹ ਹੋ ਰਹੀ ਆ, ਸੋ ਅਕਲ ਨੂੰ ਹੱਥ ਉੱਥੇ ਮਾਰਨਾ ਚਾਹੀਦਾ। ਤੇ ਕਹਿੰਦੇ ਵੀ ਇਹ ਜਿਹੜੀ ਬੜੀ ਰੇਅਰ ਸਮਿਟ ਆ ਹੋਣ ਜਾ ਰਹੀ ਆ ਯੂਐਸ ਦੀ ਗਰਾਊਂਡ ਦੇ ਉੱਤੇ। ਦੋਨੋਂ ਪ੍ਰੈਜ਼ੀਡੈਂਟਸ ਆਪਸ ਦੇ ਵਿੱਚ ਗੱਲਬਾਤ ਕਰਨਗੇ। ਦੋਨੇ ਮੁਲਕ ਆਪੋ ਆਪਣੇ ਸਟਾਂਸ ਦੇ ਉੱਤੇ ਅੜੇ ਵੀ ਨੇ। ਦੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਇਕੋਨਮੀਜ਼ ਆ ਉਹ ਆਮੋ ਸਾਹਮਣੇ ਜਿਹੜੀਆਂ ਹੋਣਗੀਆਂ। ਕੀ ਐਗਰੀਮੈਂਟ ਹੁੰਦੇ ਇਹਨਾਂ ਦੇ ਆਪਸ ਦੇ ਵਿੱਚ, ਇਹ ਦੇਖਣ ਵਾਲੀ ਗੱਲ ਆ। ਪ੍ਰੈਜ਼ੀਡੈਂਟ ਬਾਈਡਨ ਰੀ ਇਲੈਕਸ਼ਨ ਦੇ ਲਈ ਇੱਥੇ ਰਨ ਕਰ ਰਹੇ ਆ ਅਗਲੇ ਸਾਲ, ਤੇ ਕਹਿੰਦੇ ਵੀ ਇਸ ਮੁਲਕ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਗਰਮਜੋਸ਼ੀ ਦੇ ਨਾਲ ਦਿਖਾਉਣ ਦੀ ਵੀ ਜਿਹੜੀ ਆ ਇੱਕ ਕੋਸ਼ਿਸ਼ ਹੋਊਗੀ। ਜਦੋਂ ਤਾਈਵਾਨ ਦੀ ਗੱਲ ਆਉਣੀ ਆ, ਸਾਊਥ ਚਾਈਨਾ ਸੀ ਦੀ ਗੱਲ ਆਉਣੀ ਆ, ਯੂਕਰੇਨ ਰਸ਼ੀਆ ਦੀ ਜਿਹੜੀ ਜੰਗ ਆ, ਇਜ਼ਰਾਈਲ ਹਮਾਸ ਦੀ ਜਿਹੜੀ ਜੰਗ ਜਿਹੜੀ ਇਸ ਟਾਈਮ ਚੱਲ ਰਹੀ ਆ, ਇਹ ਸਾਰੇ ਜਿਹੜੇ ਕਹਿੰਦੇ ਵੱਡੇ ਫਲੈਸ਼ ਪੁਆਇੰਟ ਰਹਿਣ ਵਾਲੇ ਆ ਇਹਨਾਂ ਦੋਨਾਂ ਲੀਡਰਸ ਦੀ ਜਿਹੜੀ ਆ ਉਹ ਗੱਲਬਾਤ ਦੇ ਵਿੱਚ। ਯੂਐਸ ਚਾਈਨਾ ਦੇ ਜਿਹੜੇ ਟੈਂਸ਼ਨਸ ਆ ਇਹਨਾਂ ਦੋਨਾਂ ਦੇ ਰਿਸ਼ਤਿਆਂ ਦੇ ਵਿੱਚ ਉਹ ਐਸਕਲੇਟ ਹੋਈਆਂ ਵਧੀਆਂ ਆ ਪਿਛਲੇ ਕੁਛ ਸਾਲਾਂ ਦੇ ਵਿੱਚ। ਟੈਰਿਫਸ ਲਾਏ ਗਏ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ, ਜਿਹੜੇ ਚਾਈਨਾ ਤੋਂ ਉਦੋਂ ਸਮਾਨ ਆ ਰਿਹਾ ਸੀ ਉਸ ਦੇ ਉੱਤੇ। ਫਿਰ ਇਵੈਂਚੁਅਲੀ ਕੰਮ ਵੱਧਦਾ ਜਿਹੜਾ ਆ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਿਸਟ੍ਰਿਕਸ਼ਨਸ, ਟੈਕਨੀਕਲ ਜਿਹੜੀ ਟੈਕ ਇੰਡਸਟਰੀ ਦੇ ਨਾਲ ਜੁੜੀਆਂ ਆ ਉਹ ਰਿਸਟ੍ਰਿਕਸ਼ਨ ਲਾ ਕੇ ਜਿਹੜਾ ਉਹ ਵਧਾ ਦਿੱਤਾ। ਫਿਰ ਜਿਹੜੀਆਂ ਸੈਂਕਸ਼ਨਸ ਉਹਨਾਂ ਦੇ ਕੁਛ ਮੇਨ ਲੀਡਰਸ ਆ ਉਸ ਨੂੰ ਲੈ ਕੇ, ਚਾਈਨਾ ਦਾ ਜਿਹੜਾ ਸਪਾਈ ਬਲੂਨ ਆਇਆ ਜਿਹਨੂੰ ਉਹ ਵੈਦਰ ਬਲੂਨ ਆਖਦੇ ਰਹੇ, ਵੀ ਉਸ ਰਿਸਟ੍ਰਿਕਟਡ ਯੂਐਸ ਸਪੇਸ ਦੇ ਵਿੱਚ ਜਿਹੜਾ ਉਹ ਆ ਕੇ ਉਹ ਆਇਆ, ਉਹਦੇ ਨਾਲ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ ਰਿਸ਼ਤੇ ਆ ਉਹ ਹੋਰ ਵੀ ਜ਼ਿਆਦਾ ਤਣਾਅਪੂਰਨ ਬਣ ਚੁੱਕੇ ਆ। ਸੋ ਇਹ ਇੱਥੇ ਕੁਛ ਇਹਨਾਂ ਪਾਣੀਆਂ ਦੇ ਵਿੱਚ ਹਲਚਲ ਹੁੰਦੀ ਆ ਜਾਂ ਪਾਣੀ ਇੱਦਾਂ ਹੀ ਸਟੈਗਨੈਂਟ ਆ, ਸਟੇਲਮੇਟ ਰਹੂਗਾ, ਇਹ ਕਾਫੀ ਹੱਦ ਤੱਕ ਦੇਖਣ ਵਾਲੀ ਗੱਲ ਹੋਊਗੀ। ਇਸ ਮੌਕੇ ਮੁਲਕ ਦੇ ਦੋਨਾਂ ਹੀ ਮੁਲਕਾਂ ਦੇ ਜਿਹੜੇ ਟੌਪ ਦੇ ਹੋਰ ਲੀਡਰਸ ਆ
ਕਿੰਨਾ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਆ ਦੋਨਾਂ ਪ੍ਰੈਜ਼ੀਡੈਂਟਸ ਨੇ, ਇਸ ਨੂੰ ਲੈ ਕੇ ਗੱਲਬਾਤ ਆ ਉਹ ਕੀਤੀ ਜਾ ਰਹੀ ਆ। ਇੱਕ ਗਰਾਊਂਡ ਵਰਕ ਕਹਿੰਦੇ ਆ ਉਹ ਤਿਆਰ ਹੋ ਰਿਹਾ ਆ। ਸੋ ਸਿਕਿਉਰਿਟੀ ਡਾਇਲਮਾ ਕੀ ਹੋਊਗਾ, ਆਪਸ ਦੇ ਵਿੱਚ ਦੋਨਾਂ ਮਿਲਟਰੀਜ਼ ਦਾ ਤਾਲਮੇਲ ਇਸ ਟਾਈਮ ਬਿਲਕੁਲ ਟੁੱਟ ਚੁੱਕਾ ਹੋਇਆ ਆ। ਕਿਸੇ ਟਾਈਮ ਦੇ ਉੱਤੇ ਇੱਕ ਦੂਜੇ ਦੇ ਨਾਲ ਹਮੇਸ਼ਾ ਸੰਪਰਕ ਦੇ ਵਿੱਚ ਇਹ ਰਹਿੰਦੀਆਂ ਸੀਗੀਆਂ। ਸੋ ਇਹ ਹੁਣ ਕਾਫੀ ਜਿਹੜੀ ਆ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਅਕਤੂਬਰ ਮਹੀਨੇ ਦੇ ਵਿੱਚ US ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ ਤੇ 5 ਜਿਹੜੇ ਹੋਰ ਸੈਨੇਟਰਸ ਆ ਰਿਪਬਲਿਕਨ ਤੇ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਨੇ 80 ਮਿੰਟ ਦੀ ਮੀਟਿੰਗ ਵੀ ਕੀਤੀ ਸੀ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਉਹਦੇ ਨਾਲ। ਰੀਸੈਂਟਲੀ ਆਪਣੇ ਕੈਲੀਫੋਰਨੀਆ ਦੇ ਗਵਰਨਰ ਜਦੋਂ ਗਏ ਆ ਚਾਈਨਾ ਨੂੰ, ਉਹ ਵੀ ਮੀਟਿੰਗ ਕਰਕੇ ਆਏ ਆ ਸ਼ੀ ਜਿਨਪਿੰਗ ਨੂੰ। ਮੇ ਵੀ ਇਹੀ ਮਨਾਉਣ ਗਏ ਹੁਣ, ਆ ਜਾ ਭਾਈ ਕਰ ਦਾਂਗੇ ਅਸੀਂ ਸਾਫ ਸੁਥਰਾ, ਧੋ ਧੂ ਦੇਵਾਂਗੇ ਸੈਨ ਫਰਾਂਸਿਸਕੋ ਨੂੰ, ਤੂੰ ਆ ਕੇ ਮੀਟਿੰਗ ਜਿਹੜੀ ਆ ਇੱਥੇ ਕਰ ਲਈ। ਸੋ ਹੁਣ ਜਿਹੜਾ ਕਰੰਟ ਟ੍ਰੈਂਡ ਜਿਹੜਾ ਕਹਿੰਦੇ ਆ US ਚਾਈਨਾ ਦੇ ਰਿਸ਼ਤਿਆਂ ਨੂੰ ਲੈ ਕੇ ਆ, ਉਹ ਈਜ਼ਿੰਗ ਵੱਲ ਨੂੰ ਜਿਹੜਾ ਉਹ ਇੱਕ ਜਾ ਰਿਹਾ ਆ। ਇੱਕ ਜਿਹੜੇ ਅਮਰੀਕਨ ਸਟੱਡੀਜ਼ ਡਿਪਾਰਟਮੈਂਟ ਦੇ ਜਿਹੜੇ ਫੈਲੋ ਆ ਚਾਈਨੀਜ਼ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼ ਦੇ ਜਿਹੜੇ ਪ੍ਰੋਫੈਸਰ ਆ ਸ਼ੈਨ ਯਮਈ, ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਆ ਉਹ ਕਰ ਰਹੇ ਆ। US ਕਮਰਸ ਸੈਕਟਰੀ ਜੀਨਾ ਰਾਇਮੋਂਡੋ, ਉਹ ਅਗਸਤ ਦੇ ਵਿੱਚ ਟ੍ਰਿਪ ਲਾ ਕੇ ਆਏ ਸੀਗੇ ਚਾਈਨਾ ਨੂੰ, ਜਿੱਥੇ ਉਹਨਾਂ ਨੇ ਨੋ ਕਿਹਾ ਸੀਗਾ ਚਾਈਨਾ ਦੀ ਉਸ ਰਿਕੁਐਸਟ ਨੂੰ ਵੀ ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਟੈਕਨੋਲੋਜੀ ਨੂੰ ਰਿਸਟ੍ਰਿਕਸ਼ਨਸ ਕੀਤੀ ਸੀ, ਉਸ ਦੇ ਵਿੱਚ ਉਹ ਖੁੱਲ੍ਹ ਦੇਣ ਦੀ ਮੰਗ ਕਰ ਰਹੇ ਸੀਗੇ ਚਾਈਨਾ ਵਾਲੇ। ਸੋ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਪਿਛਲੇ 1 ਸਾਲ ਦੇ ਵਿੱਚ ਹਾਈ ਲੈਵਲ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੀਟਿੰਗਸ ਆ ਚਾਈਨਾ ਦੇ ਤੇ ਅਮਰੀਕਾ ਦੇ ਅਧਿਕਾਰੀਆਂ ਦੇ ਵਿੱਚ ਹੋਈਆਂ ਆ, ਤੇ ਹੁਣ ਇਹ ਬਿਲਡਅਪ ਹੋਇਆ ਆ। ਇਹ ਜਿਹੜੀ ਕੱਲ ਨੂੰ ਹੋਣ ਵਾਲੀ ਮੀਟਿੰਗ ਆ ਸੈਨ ਫਰਾਂਸਿਸਕੋ ਦੇ ਵਿੱਚ, ਦੋਨਾਂ ਹੀ ਮੁਲਕਾਂ ਦੇ ਜਿਹੜੇ ਪ੍ਰੈਜ਼ੀਡੈਂਟ, ਉਹਨਾਂ ਦੇ ਵਿੱਚ ਜੋ ਬਾਈਡਨ US ਦੇ ਤੇ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਦੇ ਵਿੱਚ ਕੀ ਗੱਲਾਂ ਹੁੰਦੀਆਂ ਆ, ਇਹ ਕਿਸੇ ਪਾਸੇ ਵੱਲ ਨੂੰ ਵਾਕਿਆ ਹੀ ਜਿਹੜੀ ਈਜ਼ਮੈਂਟ, ਜਿਹੜੀ ਕਹਿੰਦੇ ਵੀ ਸੁਖਾਲੇ ਰਿਸ਼ਤੇ ਆ, ਉਸ ਪਾਸੇ ਵੱਲ ਨੂੰ ਇਸ਼ਾਰਾ ਕਰਨਗੀਆਂ, ਜਾਂ ਇਹ ਤਾਈਵਾਨ, ਸਾਊਥ ਚਾਈਨਾ ਸੀ, ਟੈਕਨੋਲੋਜੀ ਬਲੋਕੇਡ, ਇਹ ਸਾਰੀਆਂ ਚੀਜ਼ਾਂ ਦਾ ਮੁੱਦਾ ਜਿਹੜਾ ਆ ਉਹ ਉੱਭਰ ਕੇ ਆਊਗਾ। ਰਿਸ਼ਤਿਆਂ 'ਚ ਖਟਾਸ ਜਾਂ ਮਠਾਸ ਕੀ ਹੁੰਦੀ ਹੈ, ਕੱਲ ਤੱਕ ਆਪਾਂ ਨੂੰ ਸ਼ਾਮ ਤੱਕ ਦੇਖਣਾ ਪਏਗਾ। ਐਲ ਸਾਲਵਾਡੋਰ ਨੇ $1130 ਦੀ ਜਿਹੜੀ ਫੀਸ ਆ ਉਹਨਾਂ ਲੋਕਾਂ ਦੇ ਉੱਤੇ ਲਾਤੀ ਆ ਜੋ ਅਫਰੀਕਨ ਤੇ ਇੰਡੀਅਨ ਟਰੈਵਲਰਸ ਉਸ ਮੁਲਕ ਦੇ ਥਰੂ USA ਦੇ ਵਿੱਚ ਆ ਰਹੇ ਹੈਗੇ ਆ। ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਐਲ ਸਾਲਵਾਡੋਰ ਗਵਰਨਮੈਂਟ ਨੇ ਅਨਾਉਂਸ ਕੀਤਾ ਹੈ ਵੀ 57 ਦੇ ਕਰੀਬ ਅਫਰੀਕਨ ਕੰਟਰੀਜ਼ ਦੇ ਸਿਟੀਜ਼ਨ ਤੇ ਇੰਡੀਆ ਦੇ ਜੋ ਹੈਗੇ ਆ ਉਹ ਐਲ ਸਾਲਵਾਡੋਰ ਨੂੰ ਆ ਰਹੇ ਆ ਤੇ ਉੱਥੋਂ ਫਿਰ ਅਮਰੀਕਾ ਵੱਲ ਨੂੰ ਭੱਜ ਜਾਂਦੇ ਹੈਗੇ ਆ। 2 ਮਿਲੀਅਨ ਟਾਈਮਸ ਉਹਨਾਂ ਦਾ ਜਿਹੜਾ ਟ੍ਰੈਫਿਕ ਵਧਿਆ ਹੈਗਾ। US ਆਫੀਸ਼ੀਅਲਸ ਨੇ ਜੋ ਐਲ ਸਾਲਵਾਡੋਰ ਦੀ ਸਰਕਾਰ ਆ ਉਹਦੇ ਉੱਤੇ ਬਹੁਤ ਪ੍ਰੈਸ਼ਰ ਪਾਇਆ ਹੋਇਆ ਵੀ ਉਹ ਇਮੀਗ੍ਰੇਸ਼ਨ ਨੂੰ ਜਿਹੜਾ ਆ ਇਲੀਗਲ ਇਮੀਗ੍ਰੇਸ਼ਨ ਨੂੰ ਰੋਕ ਨਹੀਂ ਰਹੇ ਹੈਗੇ। ਇਹਨੂੰ ਦੇਖਦੇ ਹੋਏ ਐਲ ਸਾਲਵਾਡੋਰ ਦੇ ਥਰੂ ਜੋ ਵੀ ਐਂਟਰ ਕਰੇਗਾ ਅਫਰੀਕਨ ਤੇ ਇੰਡੀਅਨ ਟਰੈਵਲਰ, ਉਹਦੇ ਉੱਤੇ $1130 US ਦੀ ਜਿਹੜੀ ਐਕਸਟਰਾ ਫੀਸ ਆ ਉਹ ਲਾਈ ਜਾਊਗੀ। ਏਦਾਂ ਹੀ ਖਬਰ ਜਿਹੜੀ ਆ ਹੁਣ ਟੈਕਸਸ ਤੋਂ ਆ ਰਹੀ ਆ ਤੇ ਬੜੀ ਹੈਰਾਨੀ ਦੀ ਗੱਲ ਆ ਵੀ ਇਸ ਖਬਰ ਦੇ ਉੱਤੇ ਵੀ ਉਹਨਾਂ ਨੇ ਜਿਹੜੀ ਪਿਕਚਰਸ ਆ ਐਸੋਸੀਏਟਡ ਪ੍ਰੈਸ ਨੇ ਜਾਂ ABC ਵਾਲਿਆਂ ਨੇ ਇੰਡੀਅਨ ਜਿਹੜੇ ਪੰਜਾਬੀ ਮੂਲ ਦੇ ਨੌਜਵਾਨ ਆ ਬਾਰਡਰ ਕ੍ਰਾਸ ਕਰ ਰਹੇ ਉਹਨਾਂ ਦੀ ਲਾਈ ਆ, ਤੇ ਜਿਹੜੀ ਟੈਕਸਸ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਹਦੇ ਤੇ ਵੀ ਉਹਨਾਂ ਨੇ ਪੰਜਾਬੀਆਂ ਦੀ ਜਿਹੜੀ ਫੋਟੋ ਲਾਈ ਹੈਗੀ ਆ ਕਿ ਕਿਸ ਤਰ੍ਹਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਡੀਆ ਤੋਂ ਲੋਕ USA 'ਚ ਐਂਟਰ ਕਰ ਰਹੇ ਆ। ਟੈਕਸਸ ਹਾਊਸ ਆਫ ਰਿਪਰੈਜ਼ੈਂਟੇਟਿਵ ਨਵਾਂ ਬਿੱਲ SV4 ਲੈ ਕੇ ਆ ਰਹੇ ਆ, ਜਿਹਦੇ ਮੁਤਾਬਕ ਟੈਕਸਸ ਦੀਆਂ ਜਿਹੜੀ ਪੁਲਿਸ ਅਥਾਰਟੀ ਆ ਉਹਨਾਂ ਦੇ ਕੋਲ ਅਨਡਾਕੂਮੈਂਟਡ ਲੋਕਾਂ ਨੂੰ ਜਾਂ ਜਿਹੜੇ ਇਲੀਗਲੀ ਬਾਰਡਰ ਕ੍ਰਾਸ ਕਰਦੇ ਆ ਉਹਨਾਂ ਨੂੰ ਅਰੈਸਟ ਕਰਨ ਦੀ ਜਿਹੜੀ ਆ ਪਾਵਰ ਹੋਊਗੀ, ਤੇ ਉੱਥੋਂ ਸਿੱਧਾ ਹੀ ਉਹ ਕਹਿੰਦੇ ਵੀ ਅਸੀਂ ਡਿਪੋਰਟ ਕਰਾਂਗੇ, ਤੇ ਜੇ ਕੋਈ 4-5 ਕਰੂਗਾ ਤੇ ਉਹਨੂੰ ਜਿਹੜੀ ਆ ਫੈਲਨੀ ਚਾਰਜ ਲਾ ਕੇ 20 ਸਾਲਾਂ ਦੀ ਜਿਹੜੀ ਸਜ਼ਾ ਵੀ ਹੋ ਸਕਦੀ ਹੈਗੀ ਆ। SV4 ਦੇ ਬਿੱਲ ਦੇ ਅਗੇਂਸਟ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਰਾਈਟਸ ਐਡਵੋਕੇਟਸ ਆ ਉਹਨਾਂ ਨੇ ਜਿਹੜਾ ਕਾਫੀ ਮੁੱਦਾ ਚੱਕਿਆ। ਕਹਿੰਦੇ ਵੀ ਇਹਦੇ ਨਾਲ ਰੇਸ਼ੀਅਲ ਪ੍ਰੋਫਾਈਲਿੰਗ ਹੋਊਗੀ। ਚਲੋ ਜੋ ਆਉਂਦੇ ਹੈਗੇ ਬਾਰਡਰ ਕ੍ਰਾਸ ਕਰਕੇ ਉਹ ਤਾਂ ਸੈਪਰੇਟ ਇਸ਼ੂ ਆ, ਪਰ ਜੋ ਲੋਕ ਇੱਥੇ ਜਿਹੜੇ ਸਾਡੇ ਵਰਗੇ ਰੰਗ ਦੇ ਲੋਕ ਆ ਉਹਨਾਂ ਦੇ ਉੱਤੇ ਵੀ ਜਿਹੜੀ ਆ ਪੁਲਿਸ ਸ਼ੱਕ ਕਰੂਗੀ ਤੇ ਲੋਕਾਂ ਨੂੰ ਜਿਹੜੀ ਆ ਬਾਰ-ਬਾਰ ਰੋਕੂਗੀ। ਸੋ ਇਹਦੇ ਉਲਟ ਆ, ਪਰ ਟੈਕਸਸ ਦੀ ਜਿਹੜੀ ਸਟੇਟ ਦੀ ਸਰਕਾਰ ਆ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਕਿਉਂਕਿ ਜਿਹੜੀ ਫੈਡਰਲ ਗਵਰਨਮੈਂਟ ਆ
ਉਹ ਇਹਦੇ ਉੱਤੇ ਕੁਛ ਕਰ ਨਹੀਂ ਰਹੀ। ਹੁਣ ਸਾਨੂੰ ਹੀ ਜਿਹੜਾ ਬਿੱਲ ਪਾਸ ਕਰਕੇ ਸਾਰਾ ਕੁਛ ਆਪਣੇ ਹੱਥਾਂ ਦੇ ਵਿੱਚ ਲੈਣਾ ਪੈਣਾ ਹੈ। ਪਰ ਯੂਜਲੀ ਜਿਹੜੀ ਆ ਇਮੀਗ੍ਰੇਸ਼ਨ ਦਾ ਮੁੱਦਾ ਉਹ ਸੈਂਟਰ ਦੀ ਸਰਕਾਰ, ਫੈਡਰਲ ਸਰਕਾਰ ਦੇ ਕੋਲ ਹੁੰਦਾ ਹੈਗਾ। ਟੈਕਸਸ ਦੇ ਇੱਕ ਲੈਜਿਸਲੇਟਰ ਆ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਚਾਹੇ ਸਹੁੰ ਤਾਂ ਚੱਕ ਲਈ ਸੀ ਵੀ ਮੈਂ USA ਦੇ ਜਿਹੜਾ ਉਹਨਾਂ ਨੂੰ ਬਚਾਊਂਗਾ, USA ਦੇ ਸਾਰੇ ਲਾਜ਼ ਨੂੰ ਫੋਲੋ ਕਰੂੰਗਾ, ਪਰ ਉਹ ਹਰ ਇੱਕ ਲਾਅ ਨੂੰ ਜਿਹੜਾ ਵਾਇਲੇਟ ਕਰ ਰਹੇ ਆ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ। ਸੋ ਸਾਡੇ ਕੋਲ ਕੋਈ ਚੁਆਇਸ ਨਹੀਂ, ਕਿਉਂਕਿ ਟੈਕਸਸ ਦਾ ਬਾਰਡਰ ਬਹੁਤ ਲੰਮਾ ਬਾਰਡਰ ਆ ਜੋ ਮੈਕਸੀਕੋ ਦੇ ਨਾਲ ਲੱਗਦਾ ਆ, ਤੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਬਾਰਡਰ ਕ੍ਰਾਸ ਕਰਦੇ ਆ ਟੈਕਸਸ, ਐਰੀਜ਼ੋਨਾ ਤੇ ਕੈਲੀਫੋਰਨੀਆ, ਤਿੰਨਾਂ ਸਟੇਟਾਂ ਦੇ ਬਾਰਡਰ ਤੋਂ ਕਰਦੇ ਹੈਗੇ। ਜੀ ਜੀ ਬਿਲਕੁਲ। ਹਰਜੋਤ ਸਿੰਘ ਜੀ ਆਪਣੇ ਨਾਲ ਮਨਦੀਪ ਸਿੰਘ ਜੀ ਜੁੜਨਗੇ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਨਾ ਵੀ ਕਿਸ ਤਰੀਕੇ ਦੇ ਨਾਲ ਇੱਕ ਫੋਰਨ ਇੰਟਰਫੀਅਰੈਂਸ ਦਾ ਮਸਲਾ ਵੀ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਆ। ਸਿੱਖਾਂ ਦੇ ਕੁਝ ਰੈਜ਼ੋਲੂਸ਼ਨ ਪਾਸ ਹੋ ਰਹੇ ਆ, ਸਿੱਖ ਅਵੇਅਰਨੈਸ ਮੰਥ ਆ ਉਸ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਜੈਨੋਸਾਈਡ ਨੂੰ ਰੈਕੋਗਨਾਈਜ਼ ਕੀਤਾ ਜਾ ਰਿਹਾ ਆ, ਪਰ ਨਾਲ ਦੇ ਨਾਲ ਕੁਛ ਇਹ ਵੀ ਮੁਸ਼ਕਲਾਂ ਜਿਹੜੀਆਂ ਉਹ ਆ ਰਹੀਆਂ ਆ ਜਿਹਦੇ ਵਿੱਚ ਉਹ ਜੈਨੋਸਾਈਡ ਦੀ ਲੈਂਗੁਏਜ ਆ ਉਹ ਰੈਜ਼ੋਲੂਸ਼ਨ ਦੇ ਵਿੱਚ ਲਿਆਉਣ ਤੋਂ ਰੋਕਿਆ ਜਾ ਰਿਹਾ ਹੈ। ਸੋ ਜਾਣਦੇ ਹਾਂ ਇਸ ਮਸਲੇ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਹੈ। ਸੋ ਮਨਦੀਪ ਸਿੰਘ ਆਪਣੇ ਨਾਲ ਜੁੜੇ ਨੇ। ਮਨਦੀਪ ਸਿੰਘ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਗਾਰਾ ਮੂਵਮੈਂਟ ਤੋਂ ਆਪਣੇ ਨਾਲ ਜੁੜੇ ਨੇ ਤੇ ਪਿਛਲੇ ਸਾਲ ਵੀ ਸੈਕਰਾਮੈਂਟੋ ਦੇ ਵਿੱਚ ਹਰਜੋਤ ਸਿੰਘ ਜੀ ਇਸੇ ਹੀ ਸਮੇਂ ਤਕਰੀਬਨ ਇੱਕ ਸਿੱਖ ਅਵੇਅਰਨੈਸ ਰੈਜ਼ੋਲੂਸ਼ਨ ਆ ਉਹ ਪਾਸ ਹੋਇਆ ਸੀ, ਜਿਸ ਦੇ ਵਿੱਚ ਜਿਹੜਾ ਨਵੰਬਰ ਮਹੀਨੇ ਤੇ ਜੂਨ ਦੇ ਵਿੱਚ ਜੋ ਵਾਪਰਿਆ ਸੀ ਭਾਰਤ ਵਿੱਚ ਉਹ ਜੈਨੋਸਾਈਡ ਦਾ ਜ਼ਿਕਰ ਸੀਗਾ, ਉਸ ਨੂੰ ਰੈਕੋਗਨਾਈਜ਼ ਕੀਤਾ ਸੀਗਾ। ਸੋ ਮਨਦੀਪ ਸਿੰਘ ਜੀ ਜਿੱਦਾਂ ਤੁਸੀਂ ਦੱਸ ਰਹੇ ਸੀ ਪਹਿਲਾਂ ਜਦੋਂ ਆਪਾਂ ਆਫ-에ਅਰ ਗੱਲ ਕਰਦੇ ਸੀ ਵੀ ਇਸ ਵਾਰ ਇਹ ਕੀ ਮੁੱਦਾ ਜਿਹੜਾ ਬਣਿਆ ਵੀ ਉਹ ਵਰਡਿੰਗ ਜਿਹੜੀ ਉਹ ਕਿਉਂ ਨਹੀਂ ਆ ਰਹੀ ਜਾਂ ਉਸ ਤੋਂ ਆਨਾਕਾਨੀ ਹੋ ਰਹੀ, ਕੀ ਮਸਲਾ ਬਣਿਆ? ਜੀ ਇਹ ਜੀ ਬਹੁਤ ਸਾਲਾਂ ਤੋਂ ਇਦਾਂ ਇਹ ਜਿਹੜੇ ਪਿਛਲੇ ਅਵਸੇ 5-6 ਸਾਲਾਂ ਤੋਂ ਹੋ ਰਿਹਾ ਵੀ ਰੈਜ਼ੋਲੂਸ਼ਨ ਅਵੇਅਰਨੈਸ ਕਰਿਆ ਜਾਵੇ ਹੈ ਨਾ, ਵੀ ਸਿੱਖ ਆਏ ਸੀ 1899 ਦੇ ਵਿੱਚ ਵੀ ਇੱਥੇ ਕੰਮ ਕਰਦੇ ਆ ਇਦਾਂ ਇਹ ਉਹ। ਸੋ ਪਿਛਲੇ ਅਵਸੇ 3-4 ਸਾਲਾਂ ਤੋਂ ਜਿਹੜੇ ਨੌਜਵਾਨ ਆ ਉਹ ਕਹਿੰਦੇ ਵੀ ਨਹੀਂ ਸਾਡੀ ਵੀ ਜਿਹੜੀ ਐਕਚੁਅਲ ਹਿਸਟਰੀ ਆ ਜਿਹੜਾ ਸਾਡੇ ਨਾਲ ਵਾਪਰਿਆ ਚੀਜ਼ਾਂ ਉਹ ਵੀ ਲਿਆਉਣੀਆਂ ਚਾਹੀਦੀਆਂ ਮੋਰੇ, ਸੋ ਪਤਾ ਲੱਗੇ ਹੈ ਨਾ। ਸੋ ਇਦਾਂ ਹੋ ਰਿਹਾ ਆ। ਸੋ ਪਿਛਲੇ ਸਾਲ ਆ ਮੈਂ ਤੁਹਾਨੂੰ ਹੁਣੀ ਫੋਟੋ ਭੇਜੀ, ਤੁਸੀਂ ਰਾਜਕਰਨ ਭਾਜੀ ਦੇਖ ਸਕਦੇ ਜੇ ਸ਼ੇਅਰ ਕਰਨੀ ਹੋਈ ਕੱਲ ਨੂੰ ਜਾਂ ਪਰਸੋਂ ਨੂੰ ਦੇਖ ਲਿਓ। ਉਹਦੇ ਉੱਤੇ ਪੂਰਾ ਮਤਲਬ ਸਿੱਖ ਜੈਨੋਸਾਈਡ ਦਾ ਸਾਫ਼-ਸਾਫ਼ ਲਿਖਿਆ ਸੀਗਾ। ਫਰੀ ਜੱਗੀ ਨਾਂ ਜਗਤਾਰ ਸਿੰਘ ਜੌਲ ਦੀ ਜਿਹੜੀ ਕੈਦ ਕੀਤੀ ਆ, ਜਿਹੜਾ ਵੱਖਰੀਆਂ ਸਟੇਟਾਂ ਦੇ ਵਿੱਚ ਵੀ ਇੰਡੀਆ ਦੇ ਵਿੱਚ ਜਿਹੜੀ ਨਸਲਕੁਸ਼ੀ ਹੋਈ ਸੀ ਸਿੱਖਾਂ ਦੇ ਨਾਲ ਨਵੰਬਰ 84 ਦੇ ਵਿੱਚ, ਉਹ ਸਾਰਾ ਕੁਝ ਸੀਗਾ ਉਹਦੇ ਵਿੱਚ। ਸੋ ਇਸ ਸਾਲ ਫਿਰ ਉਹ ਪਾਸ ਕਰਾਉਣੀ ਸੀਗੀ ਹੈ ਨਾ, ਪਿਛਲੇ ਸਾਲ ਤਾਂ ਹੋ ਗਈ ਸੀ, ਉਹ ਸਾਰਾ ਸੈਕਰਾਮੈਂਟੋ ਸਿਟੀ ਕਾਊਂਸਲ ਨੇ ਕਰਤੀ ਸੀ ਪਾਸ। ਤੇ ਐਤਕੀ ਸਾਡੋ ਉਹ ਗੱਲ ਪਹੁੰਚਣ ਤੋਂ ਪਹਿਲਾਂ ਹੀ ਇੱਕ ਆਪਣੇ ਇੱਧਰ ਨਟੋਮਸ ਡਿਸਟ੍ਰਿਕਟ ਦੀ ਲੀਸਾ ਕੈਪਲਨ ਹੈਗੀ ਆ ਭੈਣ ਜੀ, ਉਹਨਾਂ ਨੇ ਆਪ ਹੀ ਇੰਟਰੋਡਿਊਸ ਕਰਤਾ। ਉਹ ਸੈਕਰਾਮੈਂਟੋ ਸਿਟੀ ਕਾਊਂਸਲ ਦੇ ਕਾਊਂਸਲ ਮੈਂਬਰ ਆ ਇੱਕ ਉਹ, ਤੇ ਉਹਨੇ ਕਿਸੇ ਨਾਲ ਕੰਸਲਟ ਨਹੀਂ ਕੀਤਾ ਆਪਣੇ ਐਟਲੀਸਟ ਵੀ ਨੋ। ਸੋ ਉਹਨਾਂ ਨੂੰ ਫਿਰ ਅਪਰੋਚ ਕੀਤਾ ਸੀ ਉਹਨਾਂ ਦੇ ਆਫਿਸ ਨੂੰ ਵੀ ਇਹ ਤੁਸੀਂ ਕਾਈਂਡ ਆਫ ਠੀਕ ਨਹੀਂ, ਮਤਲਬ ਉਹ ਲੈਂਗੁਏਜ ਚੇਂਜ ਕਰਤੀ ਹੈ ਨਾ, ਵਾਟਰ ਡਾਊਨ ਕਰ ਰਹੇ ਹਾਂ ਬੇਸਿਕਲੀ। ਹਾਂਜੀ ਉਹ ਵੀ ਫੋਟੋਆਂ ਮੈਂ ਤੁਹਾਨੂੰ ਭੇਜੀਆਂ ਜਿਹੜੀ ਉਹਨੇ ਇੰਟਰੋਡਿਊਸ ਕੀਤੀ ਸੀ ਰੈਜ਼ੋਲੂਸ਼ਨ ਨਵੀਂ ਜਿਹੜੀ। ਸੋ ਉਹ ਤੁਸੀਂ ਦੇਖ ਲਿਓ, ਦਿਖਾ ਦਿਓ ਸਰੋਤਿਆਂ ਨੂੰ ਜਦੋਂ ਤੁਹਾਡਾ ਟਾਈਮ ਲੱਗਾ। ਪਰ ਉਹਦੇ ਵਿੱਚ ਬੇਸਿਕਲੀ ਉਹ ਸਾਰੀ ਲੈਂਗੁਏਜ ਜੈਨੋਸਾਈਡ ਦੀ ਕੱਢਤੀ, ਜੋ ਵੀ ਇੰਡੀਆ ਨੇ ਸਾਰਾ ਕੁਛ ਕੀਤਾ ਉਹ ਕੱਢਦਾ। ਫਿਰ ਸਿਰਫ ਬਈ ਸਿੱਖ ਇੱਦਾਂ ਬੀਬੇ ਪੁੱਤ ਆ ਇੱਥੇ ਅਮਰੀਕਾ ਆਇਓ ਆ ਵਧੀਆ ਇੱਦਾਂ ਕੰਮ ਕਰਦੇ, ਇਹੀ ਲਿਖਿਆ ਆ ਹੈ ਨਾ। ਸੋ ਅਸੀਂ ਫਿਰ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨਾਲ ਸੰਪਰਕ ਕਰਨ ਲਈ, ਪਰ ਉਹਨਾਂ ਸਾਨੂੰ ਇਗਨੋਰ ਕਰਤਾ। ਤੇ ਆਪਾਂ ਫਿਰ ਹੁਣ ਕਮਿਊਨਿਟੀ ਨੂੰ ਇਦਾਂ ਦੱਸਣ ਲੱਗ ਪਏ ਵੀ ਆ ਇਦਾਂ ਹੋ ਰਿਹਾ ਆ। ਸੋ ਹੁਣ ਸੈਕਰਾਮੈਂਟੋ ਸਿਟੀ ਕਾਊਂਸਲ ਮੀਟਿੰਗ ਅੱਜ ਸ਼ਾਮ ਨੂੰ ਹੈਗੀ ਆ, ਤੇ ਆਪਾਂ ਉੱਥੇ ਜਾਣਾ ਬਈ ਇਹ ਤੁਸੀਂ ਕੋਈ ਵੀ ਸਿੱਖ ਅਵੇਅਰਨੈਸ ਇਹ ਚੀਜ਼ ਇੱਦਾਂ ਪਾਸ ਨਹੀਂ ਕਰ ਸਕਦੇ ਵਿਦਆਊਟ ਦਾ ਰੈਜ਼ੋਲੂਸ਼ਨ। ਵੀ ਨਸਲ ਖੁਸ਼ੀ ਦੀ ਗੱਲ ਤੋਂ ਬਗੈਰ ਸਿੱਖਾਂ ਦੀ ਗੱਲ ਹੋ ਹੀ ਨਹੀਂ ਸਕਦੀ। ਇਹ ਤੁਹਾਡੇ ਜਿਹੜੇ ਮਤੇ ਤੁਸੀਂ ਪਾਸ ਕਰਦੇ ਆ ਇੱਥੇ ਅਮਰੀਕਾ ਦੇ ਵਿੱਚ, ਇਹ ਕਿਉਂਕਿ ਇਹ ਐਡ ਹੋਣੀ ਚਾਹੀਦੀ ਹੈ। ਤੁਸੀਂ ਚਾਹੁੰਦੇ ਆ ਵੀ ਚਲੋ ਓਬਵੀਅਸਲੀ ਜਿਹੜਾ ਇਹ ਜੈਨੋਸਾਈਡ ਹੋਇਆ ਉਸ ਨੂੰ ਰੈਕੋਗਨਾਈਜ਼ ਜਦੋਂ ਪਿਛਲੇ ਸਾਲ ਕੀਤਾ ਇਸ ਸਾਲ ਵੀ ਹੋਣਾ ਚਾਹੀਦਾ, ਬਾਰ-ਬਾਰ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ। ਆਪਾਂ ਨੂੰ ਪਤਾ ਜਦੋਂ ਹੁਣ ਅਸੈਂਬਲੀ ਵਿੱਚ ਵੀ ਹਰਜੋਤ ਸਿੰਘ ਜੀ ਜਦੋਂ ਉਹ ਜਸਮੀਤ ਬੈਂਸ ਉਹਨਾਂ ਨੇ ਲਿਆਂਦਾ ਸੀਗਾ, ਉਹਨਾਂ ਨੇ ਬਾਅਦ ਚ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕੁਛ ਭਾਰਤ ਪੱਖੀ ਸੀਗੇ ਉਹਨਾਂ ਨੇ ਆ ਕੇ ਡਰਾਇਆ ਧਮਕਾਇਆ ਵੀ ਉਹਨਾਂ ਨੂੰ ਉਹ ਰੈਜ਼ੋਲੂਸ਼ਨ ਜਿਹੜਾ ਉਹ ਲਿਆਉਣ ਨੂੰ ਲੈ ਕੇ। ਸੋ ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇਸ਼ਾਰਾ ਕਰਦੀਆਂ ਹੈ ਵੀ ਕਿਸ ਤਰੀਕੇ ਦੇ ਨਾਲ ਨੋ ਡਾਊਟ ਸਿੱਖਾਂ ਦੇ ਲਈ ਇਹ ਅਵੇਅਰਨੈਸ ਮੰਥ, ਇਹ ਹੈਰੀਟੇਜ ਮੰਥ, ਇਹ ਸਾਰਾ ਕੁਝ ਕਰ ਰਹੇ ਆ, ਪਰ ਉਹਦੇ ਵਿੱਚੋਂ ਅਜਿਹੀ ਜਿਹੜੀ ਭਾਸ਼ਾ ਆ ਅਜਿਹੀ ਲੈਂਗੁਏਜ ਆ ਉਸ ਨੂੰ ਕੱਢਣ ਦੀ ਵੀ ਨਾਲ ਦੇ ਨਾਲ ਇੱਕ ਸਾਈਡ ਤੋਂ ਜਿਹੜੀ ਕੋਸ਼ਿਸ਼ ਆ ਉਹ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ।
ਜੀ ਬਿਲਕੁਲ, ਬਹੁਤ ਵੱਡੀ ਗਿਣਤੀ 'ਚ ਨਗਰ ਕੀਰਤਨ, ਵੱਡੇ-ਵੱਡੇ ਪ੍ਰੋਗਰਾਮ ਗੁਰੂ ਘਰਾਂ 'ਚ ਹੋ ਰਹੇ ਆ। ਸੋ ਆਪਣੇ-ਆਪਣੇ ਸ਼ਹਿਰ ਦੇ ਵਿੱਚ ਲੋਕਲੀ ਬਹੁਤ ਐਕਟਿਵ ਹੋਣਾ ਬਹੁਤ ਜ਼ਰੂਰੀ ਆ। ਆਪਾਂ ਤਾਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਆ ਵੀ ਜਦੋਂ ਤੁਹਾਡੇ ਮਸਲੇ ਆਉਂਦੇ ਆ ਉਦੋਂ ਫਿਰ ਸਾਨੂੰ ਬਾਅਦ 'ਚ ਹੀ ਪਤਾ ਲੱਗਦਾ ਵੀ ਆਹ ਬਿੱਲ ਪਾਸ ਹੋ ਗਿਆ, ਆਹ ਬਿੱਲ ਪਾਸ ਹੋ ਗਿਆ। ਸੋ ਪਹਿਲਾਂ ਤੋਂ ਹੀ ਸਾਰਿਆਂ ਨੂੰ ਜਿਹੜਾ ਆ ਹਰ ਇੱਕ ਆਪਣੇ-ਆਪਣੇ ਸ਼ਹਿਰ 'ਚ ਇਹ ਨਾ ਦੇਖੋ ਵੀ ਕਿਹੜੀ ਆਰਗੇਨਾਈਜੇਸ਼ਨ ਕੀ ਕਰ ਰਹੀ ਆ। ਹਰ ਇੱਕ ਸਿੱਖ ਆਪਣੇ ਆਪ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈਗਾ ਆ, ਉਹਨਾਂ ਨੂੰ ਐਕਟਿਵ ਹੋਣਾ ਚਾਹੀਦਾ ਹੈ। ਬਿਲਕੁਲ ਭਾਜੀ, ਇਹ ਗੱਲ ਤੁਸੀਂ ਸਹੀ ਕੀਤੀ ਆ ਵੀ ਬਾਅਦ ਵਿੱਚੋਂ ਪਤਾ ਨਾ ਲੱਗੇ ਵੀ ਕੀ ਪਾਸ ਕੀਤਾ, ਕੀ ਹੋਇਆ, ਹਨਾ। ਇਹ ਪਹਿਲਾਂ ਹੀ ਕਰਨਾ ਚਾਹੀਦਾ। ਆਈ ਥਿੰਕ ਤੁਸੀਂ ਪਹਿਲਾਂ ਵੀ ਗੱਲਾਂ ਕੀਤੀਆਂ ਸੀਗੀਆਂ। ਉਹ ਜਿਹੜਾ ਦੂਜਾ ਬਿੱਲ ਸੀਗਾ 553, ਉੱਥੇ ਅਮੈਂਡਮੈਂਟਾਂ ਬਥੇਰੀਆਂ ਹੋਈਆਂ ਸੀ, ਪਤਾ ਨਹੀਂ ਲੱਗਾ ਸੀ, ਹਨਾ। ਤੇ ਇਹ ਗੱਲ ਬਹੁਤ ਜ਼ਰੂਰੀ ਆ ਵੀ ਆਪਾਂ ਸਿਰਫ ਏਦਾਂ ਜਿਹੜੇ ਆਪਣੇ ਲੋਕ ਹੈਗੇ ਆ ਐਕਟਿਵ ਆ, ਉਹਨਾਂ ਨੂੰ ਵੀ ਜ਼ਰੂਰੀ ਇੱਦਾਂ ਧਿਆਨ ਦੇਣਾ ਚਾਹੀਦਾ ਵੀ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਫੋਟੋ ਖਿੱਚ ਲੈਣੀ ਜਾ ਕੇ ਕਿਸੇ ਨਾਲ, ਪਰ ਐਕਚੁਅਲੀ ਜੋ ਲਿਖਿਆ ਹੁੰਦਾ ਆ ਸਾਫ਼-ਸਾਫ਼ ਲੈਂਗੁਏਜ ਦੇ ਵਿੱਚ, ਉਹ ਆਪਾਂ ਨੂੰ ਪੜ੍ਹਨਾ ਚਾਹੀਦਾ। ਸੋ ਅੱਜ ਸ਼ਾਮ ਨੂੰ 915 ਆਈ ਸਟਰੀਟ ਸੈਕਰਾਮੈਂਟੋ ਦੇ ਵਿੱਚ ਸਿਟੀ ਕਾਊਂਸਲ ਮੀਟਿੰਗ ਹੋਣੀ ਆ। ਉਹ ਸਿਟੀ ਹਾਲ ਆ ਸੈਕਰਾਮੈਂਟੋ ਦਾ। ਸੋ ਆਪਣੀ ਬਸ ਇਹੀ ਕੋਸ਼ਿਸ਼ ਆ। ਸਾਨੂੰ ਹੁਣ ਕਾਈਂਡ ਆਫ ਸਾਈਡ ਤੋਂ ਖਬਰ ਆ ਰਹੀ ਆ ਵੀ ਉਹਨੇ ਉਹ ਪੁੱਲ ਕਰਤੀ ਰੈਜ਼ੋਲੂਸ਼ਨ, ਉਹਨੂੰ ਮਤਲਬ ਇੰਟਰੋਡਿਊਸ ਨਹੀਂ ਕਰਨੀ ਉਹ ਲੀਸਾ ਕੈਪਲਨ ਨੇ, ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਸਿੱਖ ਇੱਦਾਂ ਬਥੇਰੇ ਨੰਬਰ ਜਾ ਰਹੇ ਆ ਅੱਜ। ਸੋ ਦੈਟਸ ਗੁੱਡ ਵੀ ਉਹਨੂੰ ਐਟਲੀਸਟ ਆਪਣੀ ਗਲਤੀ ਤਾਂ ਪਤਾ ਲੱਗ ਗਈ, ਪਰ ਆਪਾਂ ਮੇਕ ਸ਼ੋਰ ਕਰਨਾ ਵੀ ਉਹ ਰੈਜ਼ੋਲੂਸ਼ਨ ਦੇ ਵਿੱਚ ਇੰਟਰੋਡਿਊਸ ਨਾ ਕਰੇ। ਹਾਂਜੀ, ਵੀ ਉਹ ਜੈਨੋਸਾਈਡ ਵਾਲੀ ਲੈਂਗੁਏਜ ਵਿੱਚ ਜ਼ਰੂਰ ਇਨਕਲੂਡ ਕੀਤੀ ਜਾਵੇ। ਬਿਲਕੁਲ ਜੀ ਬਿਲਕੁਲ। ਉਹ ਤਾਂ ਇਹ ਕਿਉਂ ਗੱਲ ਸੀ, ਹਨਾ। ਉਹ ਵੀ ਪਤਾ ਲੱਗਾ ਵੀ ਉਹ ਪਿੱਛੋਂ ਸਿਟੀ ਹਾਲ ਦੇ ਵਿੱਚ ਗੱਲਾਂ ਹੋ ਰਹੀਆਂ ਸੀ ਉਹਨਾਂ ਦੇ ਵੱਲੋਂ ਵੀ ਸਿੱਖ ਇਹ ਗੱਲ ਤੇ ਅਗਰੀ ਨਹੀਂ ਕਰਦੇ, ਵੀ ਇਹਨਾਂ ਦੇ ਵਿੱਚ ਸਹਿਮਤ ਨਹੀਂ ਹੈਗੀ ਗੱਲ ਦੀ ਵੀ ਜੈਨੋਸਾਈਡ ਹੋਇਆ ਕਿ ਨਹੀਂ ਹੋਇਆ, ਇਸ ਚੀਜ਼ ਤੇ ਸਹਿਮਤ ਨਹੀਂ ਆ ਕਹਿੰਦੇ। ਉਹੀ ਸੀਗੀ ਨਾ ਗੱਲ ਵੀ ਇਹ, ਕਿਉਂਕਿ ਉਹਨਾਂ ਦੇ ਕੰਨ ਦੇ ਵਿੱਚ ਜੋ ਵੀ ਹੈਗਾ, ਜਿਹੜੇ ਵੀ ਲੋਕ ਹੈਗੇ ਆ ਉਹਨਾਂ ਨੂੰ ਦੱਸ ਰਹੇ ਇਹ ਚੀਜ਼ਾਂ। ਉਹ ਤਾਂ ਓਬਵੀਅਸਲੀ ਮੈਂ ਇਹ ਤਾਂ ਨਹੀਂ ਕਹਿਣਾ ਵੀ ਇੰਡੀਅਨ ਏਜੰਟ ਆ, ਪਰ ਉਹਨਾਂ ਦੀ ਗੱਲਾਂ ਜਿਹੜੀਆਂ ਉਹ ਇੰਟਰਸਟ, ਉਹ ਇੰਡੀਆ ਦੇ ਇੰਟਰਸਟ ਦੇ ਵਿੱਚ ਆ ਨਾ, ਰਾਈਟ। ਕਿਉਂਕਿ ਇਹ ਤਾਂ ਗੱਲਾਂ ਤੇ ਆਪਾਂ ਸਾਰੇ ਸਹਿਮਤ ਆ ਵੀ ਸਾਡੇ ਨਾਲ ਇਦਾਂ ਹੋਇਆ ਆ। ਜੇ ਹਜ਼ਾਰਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਦੇ ਵਿੱਚ ਸਹਿਮਤ ਆ, ਆਹ ਗੱਲ ਤੇ ਆਪਾਂ ਸਹਿਮਤ ਐਟਲੀਸਟ ਹੈਗੇ ਆ। ਸੋ ਆਈ ਥਿੰਕ ਦੈਟਸ ਵਾਈ ਇਟਸ ਇੰਪੋਰਟੈਂਟ ਵੀ ਆਪਾਂ ਨੂੰ ਸਾਰਿਆਂ ਨੂੰ ਇੱਦਾਂ ਇਕੱਠੇ ਹੋ ਕੇ ਦਿਖਾਉਣਾ ਚਾਹੀਦਾ ਵੀ ਅਸੀਂ ਵੀ ਸਹਿਮਤ ਹਾਂ ਇਹ ਗੱਲ ਤੇ ਇਹ ਨੰਬਰ 1 ਇਹ ਗੱਲ। ਤੇ ਦੂਜੀ ਗੱਲ, ਇਹ ਤੁਹਾਨੂੰ ਜੋ ਲੋਕ ਦੱਸ ਰਹੇ ਸੀਗੇ ਵੀ ਇੱਦਾਂ ਸਿੱਖ ਨਹੀਂ ਬਿਲੀਵ ਕਰਦੇ ਇਹ ਚੀਜ਼ ਦੇ ਉੱਤੇ, ਵੀ ਇਹਨਾਂ ਦੇ ਵਿੱਚ ਇੱਦਾਂ ਬਹਿਸ ਹੁੰਦੀ ਆ, ਇਹ ਕੌਣ ਲੋਕ ਆ, ਇਹ ਤੁਸੀਂ ਮੋਹਰੇ ਕੱਢੋ ਗੱਲ, ਕਿਉਂਕਿ ਉਹ ਤੁਹਾਨੂੰ ਪਤਾ ਹੀ ਆ FBI ਨੇ ਇਹ ਸਾਰੀਆਂ ਗੱਲਾਂ ਕੀਤੀਆਂ ਸੀਗੀਆਂ। ਬਿਲਕੁਲ, ਇਹਨੂੰ ਸਿੱਖਾਂ ਦਾ ਹੈਗਾ, ਸਿੱਖਾਂ ਨੂੰ ਖਤਰਾ ਵੀ ਆ, ਉਹ ਸਾਰਾ ਕੁਝ ਹੈ। ਸੋ ਥੈਂਕ ਯੂ ਮਨਦੀਪ ਜੀ, ਮਿਹਰਬਾਨੀ ਦੱਸਣ ਦੇ ਲਈ। ਭਾਜੀ ਇਹ 2 ਮਿੰਟ ਹੋਰ ਹੈਗੇ, ਮੈਂ ਇੱਕ ਹੋਰ ਗੱਲ ਕਰਨੀ ਸੀ ਤੁਹਾਡੇ ਨਾਲ। ਆ ਇੱਕ ਵੀਡੀਓ WhatsApp ਤੇ ਜਾ ਰਿਹਾ ਆ ਭਾਜੀ, ਰਾਜਕਰਨ ਤੁਹਾਡੀ ਐਕਚੁਅਲੀ ਵੀਡੀਓ ਨਗਰ ਕੀਰਤਨ ਤੁਸੀਂ ਇੰਟਰਵਿਊ ਕੀਤੀ ਸੀਗੀ, ਉਹ ਕਿਸੇ ਨੇ ਗਲਤ ਮਤਲਬ ਚੀਜ਼ਾਂ ਲਾ ਗਏ ਉਹਦੇ ਉੱਤੇ ਤੇ ਉਹ ਪਾਸ ਕਰ ਰਹੇ ਆ। ਇਹ ਜਿਹੜੀ ਚਰਚਾ ਹੋ ਰਹੀ ਮੋਟਰਸਾਈਕਲ ਬਿੱਲ ਦੇ ਬਾਰੇ, ਹਨਾ, ਇਹ ਗੱਲ ਹੁਣੀ ਆਪਾਂ ਜਿਹੜੀ ਕੀਤੀ ਵੀ ਜੋ ਬਿੱਲਾਂ ਦੇ ਵਿੱਚ ਲਿਖਿਆ ਹੁੰਦਾ ਉਹ ਆਪਾਂ ਨੂੰ ਪੜ੍ਹਨਾ ਚਾਹੀਦਾ। ਸੋ ਸਾਰੇ ਜਣੇ ਆਪਣੇ ਸੰਗਤ ਜਿਹੜੀ ਤੁਹਾਡੇ ਤੇ ਭਰੋਸਾ ਕਰਦੀ ਆ, ਹਨਾ, ਤੁਸੀਂ ਹੀ ਆਵਾਜ਼ ਹੈਗੇ ਪੰਜਾਬੀਆਂ ਦੀ ਅਮਰੀਕਾ ਦੇ ਵਿੱਚ, ਤੁਹਾਡੇ ਤੇ ਸਭ ਤੋਂ ਜ਼ਿਆਦਾ ਭਰੋਸਾ ਆ ਮਤਲਬ। ਸੋ ਮੈਂ ਕਲੀਅਰ ਕਰਨਾ ਮੰਗਦਾ ਸੀ ਗੱਲ ਵੀ ਉਹ ਤੁਸੀਂ ਬਿੱਲ ਆਪ ਪੜ੍ਹੋ। ਬਿੱਲ ਹੈਗਾ ਆ SB 847, ਤੁਸੀਂ ਗੂਗਲ ਤੇ ਪੜ੍ਹੋ। ਇਹਦੇ ਵਿੱਚ ਪਹਿਲਾਂ ਜਦੋਂ ਇੰਟਰੋਡਿਊਸ ਹੋਇਆ ਸੀਗਾ ਬਿੱਲ, ਇਹਦੇ ਵਿੱਚ ਲਿਖਿਆ ਸੀ ਵੀ ਸਿੱਖ ਹੈਲਮਟ ਤੋਂ ਬਗੈਰ ਮੋਟਰਸਾਈਕਲ ਚਲਾ ਸਕਦੇ। ਹੁਣ ਜਿਹੜੀਆਂ ਅਮੈਂਡਮੈਂਟਾਂ ਹੋਈਆਂ, ਜਿੱਦਾਂ ਤੁਸੀਂ ਉਹ SB 553 ਦੀ ਗੱਲ ਵੀ ਪਹਿਲਾਂ ਕੀਤੀ ਸੀਗੀ, ਬਈ ਪਿੱਛੋਂ ਬਿਹਾਈਂਡ ਕਲੋਜ਼ ਡੋਰਸ ਇਹ ਅਮੈਂਡਮੈਂਟਾਂ ਹੁੰਦੀਆਂ ਇੱਦਾਂ, ਉਹ ਚੇਂਜ ਕਰ ਦਿੰਦੇ ਬਿੱਲ। ਇਹ ਬਿੱਲ ਦੇ ਵਿੱਚ ਵੀ ਇੱਦਾਂ ਅਮੈਂਡਮੈਂਟਾਂ ਹੋਈਆਂ ਸੀ ਤੇ ਉਹ ਸਿੱਖਾਂ ਦੀ ਲਾਈਨ ਪੂਰੀ ਕੱਢ ਦਿੱਤੀ ਸੀ ਵਿੱਚੋਂ। ਇਹ ਤੁਸੀਂ ਆਪ ਜਾ ਕੇ ਪੜ੍ਹ ਸਕਦੇ ਹੋ, ਗੂਗਲ ਕਰਿਓ। ਜੇ ਕਿਸੇ ਨੂੰ ਕੋਈ ਸਵਾਲ ਆ, ਤੁਸੀਂ ਰਾਜਕਰਨ ਵੀਰ ਨੂੰ ਕਾਲ ਕਰ ਲਓ ਜਾਂ ਮੈਨੂੰ ਕਾਲ ਕਰ ਲਓ, 916 398 6705। ਤੇ ਇਹ ਚੀਜ਼ਾਂ ਤੋਂ ਆਪਾਂ ਜਿਹੜੀਆਂ ਫੈਲ ਰਹੀਆਂ ਗਲਤ ਚੀਜ਼ਾਂ, ਇਹ ਆਪਾਂ ਨੂੰ ਬਚਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ 52 ਕਵੀ ਸੀ, ਉਹਨਾਂ ਦੇ ਵਿੱਚੋਂ ਸੈਨਾਪਤੀ ਨੇ ਲਿਖਿਆ ਸੀ ਗੁਰਸੋਭਾ ਦੇ ਵਿੱਚ, ਏਕ ਔਰ ਭਿਓ ਖਾਲਸਾ ਏਕ ਔਰ ਸੰਸਾਰ, ਵੀ ਖਾਲਸਾ ਇੱਕ ਸਾਈਡ ਤੇ ਖੜਾ ਆ, ਦੁਨੀਆ ਦੂਜੀ ਸਾਈਡ ਤੇ ਖੜੀ ਆ, ਹਨਾ। ਸੋ ਭਾਵੇਂ ਸਾਰੀ ਦੁਨੀਆ ਝੂਠ ਬੋਲੀ ਜਾਵੇ, ਖਾਲਸੇ ਨੇ ਤਾਂ ਸੱਚ ਤੇ ਹੀ ਖੜਨਾ ਆ, ਹਨਾ। ਸੋ ਆਈ ਥਿੰਕ ਇਹ ਬਹੁਤ ਜ਼ਰੂਰੀ ਚੀਜ਼ ਆ। SB 847 ਤੁਸੀਂ ਆਪ ਸਾਰੇ ਜਾਣੇ ਪਲੀਜ਼ ਆਪ ਪੜ੍ਹੋ ਵੀ ਕੀ ਲਿਖਿਆ ਆ ਉਹ ਬਿੱਲ ਦੇ ਵਿੱਚ। ਚਲੋ ਮਿਹਰਬਾਨੀ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਜਾਂਦੇ ਇੱਕ ਬਹੁਤ ਬੁਰੀ ਖਬਰ ਆ ਰਹੀ ਆ ਓਹਾਇਓ ਚੋਂ। ਇੱਕ ਸੈਮੀ ਟਰੱਕ ਨੇ ਇੱਕ ਬੱਸ ਨੂੰ ਜਿਹੜਾ ਹਿੱਟ ਕੀਤਾ। ਉਸ ਬੱਸ ਦੇ ਵਿੱਚ ਜਿਹੜੇ ਸਕੂਲ ਦੇ ਬੱਚੇ ਆ ਉਹ ਜਾ ਰਹੇ ਸੀ। ਇਹ ਕ੍ਰੈਸ਼ I-70 ਤੇ ਹੋਇਆ, ਜਿਹਦੇ ਨਾਲ 3 ਜਾਣਿਆਂ ਦੀ ਜਿਹੜੀ ਮੌਤ ਹੋ ਗਈ। ਇਹ ਕੁਛ ਘੰਟੇ ਪਹਿਲਾਂ ਦੀ ਖਬਰ ਆ, ਮਿੰਟ ਪਹਿਲਾਂ ਦੀ ਆ। ਤੇ 15 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਚਾਰਟਰ ਬੱਸ ਇਹ ਸਟੂਡੈਂਟਸ ਨੂੰ ਟਰਾਂਸਪੋਰਟ ਕਰ ਰਹੀ ਸੀ ਈਸਟਰਨ ਓਹਾਇਓ ਏਰੀਏ ਦੇ ਵਿੱਚ। ਲਿਕਿੰਗ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਡਾਇਰੈਕਟਰ ਸ਼ਿਆਨ ਗ੍ਰੈਡੀ ਨੇ ਇਹ ਦੱਸਿਆ 57 ਲੋਕ ਉਸ ਬੱਸ ਦੇ ਵਿੱਚ ਸਵਾਰ ਸੀਗੇ।
ਉੱਥੇ ਦੇ 9 ਵਜੇ ਦੇ ਕਰੀਬ ਜੋ ਓਹਾਇਓ ਦਾ ਟਾਈਮ ਆ, ਹਾਈਵੇ ਉੱਥੇ ਦਾ 70 ਵੈਸਟ ਆ ਲਿਕਿੰਗ ਕਾਉਂਟੀ ਦੇ ਵਿੱਚ, ਉੱਥੇ ਇਹ ਐਕਸੀਡੈਂਟ ਹੋਇਆ ਤੇ 3 ਜਾਣੇ ਕਨਫਰਮ ਉਹਨਾਂ ਦੀ ਮੌਤ ਹੋ ਗਈ ਆ, 15 ਜਾਣੇ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ। ਜੀ ਬੱਚੇ ਸੀਗੇ ਇਸ ਓਬਵੀਅਸਲੀ ਸਕੂਲ ਬੱਸ ਦੇ ਵਿੱਚ, ਸੈਮੀ ਟਰੱਕ ਦੇ ਦੁਆਰਾ ਪਿੱਛੋਂ ਦੀ ਕਹਿੰਦੇ ਵੀ ਇਹ ਟੱਕਰ ਵੱਜੀ ਆ। ਲਿਕਿੰਗ ਕਾਉਂਟੀ ਦੇ ਜਿਹੜੇ ਕਾਰਨਰ ਆਫਿਸ ਆ ਉਹਨਾਂ ਨੇ ਜਿਹੜਾ 3 ਜਾਣਿਆਂ ਦੀ ਮੌਤ ਦੀ ਜਿਹੜੀ ਪੁਸ਼ਟੀ ਕੀਤੀ ਹੈ। 5 ਜਾਣੇ ਅਜੇ ਹਸਪਤਾਲ ਦੇ ਵਿੱਚ ਦਾਖਲ ਜਿਹੜੇ ਉਹ ਦੱਸੇ ਜਾ ਰਹੇ ਆ। I-70 ਵੈਸਟ ਦੇ ਉੱਤੇ ਇਹ ਹਾਦਸਾ ਵਾਪਰਿਆ ਹੈਗਾ। ਤੇ ਹਰਜੋਤ ਸਿੰਘ ਜੀ, ਇਨਫਲੇਸ਼ਨ ਬਾਰੇ ਜਾਂਦੇ ਜਾਂਦੇ ਜੇ ਦੱਸਦੇ ਜਾਈਏ ਤਾਂ ਜਿਹੜੀ ਨਵੀਂ ਇਨਫਲੇਸ਼ਨ ਦੀ ਜਿਹੜੀ ਰਿਪੋਰਟ ਇਹ ਆਈ ਆ, ਕਹਿੰਦੇ ਵੀ ਇਨਫਲੇਸ਼ਨ ਬੇਸਿਕਲੀ ਕਹਿੰਦੇ ਕੂਲ ਡਾਊਨ ਹੋਈ ਆ। ਇਹ ਜਿਹੜੀ ਰਿਪੋਰਟ ਉਸ ਦੇ ਵਿੱਚ ਕਹਿੰਦੇ ਵੀ ਇਨਫਲੇਸ਼ਨ ਮੋਡਰੇਟ ਹੋਈ ਹੈ। ਇਸ ਦੇ ਉੱਤੇ ਝੱਟ ਦੇਣੀ, ਇਸ ਦਾ ਬੈਨੀਫਿਟ ਲੈਣ ਦੇ ਲਈ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਕਿਹਾ ਵੀ ਆਪਾਂ ਜ਼ੋਰਾਂ ਸ਼ੋਰਾਂ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਕੰਮ ਕਰ ਰਹੇ ਸੀਗੇ ਤੇ ਹੁਣ ਸਾਨੂੰ ਉਸ ਦੇ ਰਿਜ਼ਲਟ ਮਿਲਣੇ ਜਿਹੜੇ ਉਹ ਸ਼ੁਰੂ ਹੋਏ ਆ। ਤੇਲ ਦੀਆਂ ਕੀਮਤਾਂ ਥੋੜ੍ਹੀਆਂ ਜੀਆਂ ਘਟੀਆਂ ਸੀਗੀਆਂ। ਕੋਰ ਪ੍ਰਾਈਸ ਜਿਹੜਾ ਇੰਡੈਕਸ ਆ ਉਹ ਵੀ ਇਸ ਦੇ ਵਿੱਚ ਥੱਲੇ ਨੂੰ ਜਿਹੜਾ ਉਹ ਗਿਆ ਹੈਗਾ ਆ, ਜਾਂ ਕਹਿੰਦੇ ਵੀ ਬਰਾਬਰ ਰਿਹਾ ਹੈ। ਇਨਫਲੇਸ਼ਨ ਜਿਹੜੀ ਆ ਉਹ ਕਾਬੂ ਦੇ ਵਿੱਚ ਥੋੜ੍ਹੀ ਜਿਹੜੀ ਉਹ ਆ ਰਹੀ ਆ। ਇਹ ਉਹੀ ਚੀਜ਼ ਆ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਪਿਛਲੇ ਸਾਲ ਦੇ ਆંકੜਿਆਂ ਦੇ ਨਾਲ ਇਹ ਤੁਲਨਾ ਜਿਹੜੀ ਕਰਕੇ ਦੱਸ ਰਹੇ ਆ। ਜੇ ਉਸ ਤੋਂ ਪਿਛਲੇ ਸਾਲ ਨੂੰ ਜਾਈਏ ਤਾਂ ਅਜੇ ਵੀ ਜਿਹੜੀ ਮਹਿੰਗਾਈ ਆ ਉਸ ਦੇ ਮੁਤਾਬਕ ਵੱਧ ਹੈਗੀ ਆ। ਹੋਮ ਡੀਪੂ ਨੇ ਵੀ ਇਦਾਂ ਦਾ ਜਿਹੜਾ ਉਹ ਬਿਆਨ ਦਿੱਤਾ ਆ, ਕਹਿੰਦੇ ਵੀ ਵਰਸਟ ਆਫ ਇਨਫਲੇਸ਼ਨ ਇਜ਼ ਓਵਰ। ਕਹਿੰਦੇ ਵੀ ਰੀਟੇਲਰਸ ਤੇ ਸ਼ਾਪਰਸ ਦੇ ਲਈ ਗੁੱਡ ਨਿਊਜ਼ ਹੋ ਸਕਦੀ ਹੈ। ਇਹ ਖਬਰ ਆਉਣ ਤੋਂ ਬਾਅਦ ਚ ਅੱਜ ਮਾਰਕੀਟ ਦੇ ਵਿੱਚ ਪੂਰੀ ਜਿਹੜੀ ਆ ਜੋਸ਼ੋ ਖਰੋਸ਼ ਜਿਹੜਾ ਉਹ ਨਜ਼ਰ ਆ ਰਿਹਾ ਆ। 2% ਤੋਂ ਲੈ ਕੇ 1.5 ਤੋਂ 2% ਤੱਕ ਜਿਹੜੀਆਂ ਮਾਰਕੀਟਸ ਆ ਉਹ ਇਸ ਟਾਈਮ ਉੱਤੇ ਜਿਹੜੀਆਂ ਆ ਉਹ ਚੱਲ ਰਹੀਆਂ ਹੈਗੀਆਂ ਆ। ਸੋ ਤਕਰੀਬਨ 500 ਪੁਆਇੰਟ ਡਾਊ ਜੋਨ ਆ ਉਸਨੇ ਹੁਣ ਤੱਕ, ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, 491 ਪੁਆਇੰਟ ਉਹ ਉੱਤੇ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਸਟਾਕ ਮਾਰਕੀਟ ਨੂੰ ਇਸ ਦਾ ਜਿਹੜਾ ਚੰਗਾ ਪ੍ਰਭਾਵ ਪਿਆ ਆ। ਇਨਫਲੇਸ਼ਨ ਕੂਲ ਡਾਊਨ ਹੋਈ ਆ। ਇਹ ਜਿਹੜੀ ਨਵੀਂ ਰਿਪੋਰਟ ਇਸ ਦੇ ਵਿੱਚ ਜਿਹੜਾ ਉਹ ਦੱਸਿਆ ਆ, ਅਕਤੂਬਰ ਟੂ ਅਕਤੂਬਰ ਈਅਰ ਟੂ ਈਅਰ ਇਨਫਲੇਸ਼ਨ 3.2% ਦੇ ਉੱਤੇ ਆਈ ਆ। ਫੈਡ ਚਾਹ ਰਿਹਾ ਆ ਵੀ ਇਹ ਜਿਹੜੀ ਇਨਫਲੇਸ਼ਨ ਦੀ ਦਰ ਆ 2% ਦੇ ਉੱਤੇ ਲਿਆਂਦੀ ਜਾਵੇ, ਜਿਹੜੀ ਕਿ ਪਹਿਲਾਂ ਇਸ ਤੋਂ ਵੀ ਵੱਧ ਜਿਹੜੀ ਆ ਉਹ ਚੱਲ ਰਹੀ ਸੀਗੀ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਕੀ ਇਹ ਸੰਭਾਵਨਾ ਲਗਾਈ ਜਾ ਸਕਦੀ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਨਫਲੇਸ਼ਨ ਇਦਾਂ ਹੀ ਰਹਿੰਦੀ ਆ, ਕੀ ਫੈਡ ਇੰਟਰਸਟ ਰੇਟਸ ਦੇ ਵਿੱਚ ਗਿਰਾਵਟ ਵੱਲ ਨੂੰ ਜਿਹੜਾ ਉਹ ਕਦਮ ਚੱਕਣੇ ਸ਼ੁਰੂ ਕਰ ਸਕਦਾ ਆ। ਕੱਲ UBS ਦੇ ਜਿਹੜੇ ਸਟ੍ਰੈਟਜਿਸਟ ਆ ਉਹਨਾਂ ਨੇ ਇਹ ਜ਼ਰੂਰ ਬਿਆਨ ਦਿੱਤਾ ਸੀਗਾ ਵੀ 275 ਬੇਸਿਸ ਪੁਆਇੰਟ ਯਾਨੀ ਕਿ 0.25% ਤੱਕ ਇੱਕ ਸਾਲ 'ਚ ਇੰਟਰਸਟ ਰੇਟ ਆ ਉਸ ਨੂੰ ਹੁਣ ਘਟਾਉਣ ਬਾਰੇ ਉਹ ਉਹਨਾਂ ਦੀਆਂ ਜਿਹੜੀਆਂ ਕਿਆਸ ਰਹੀਆਂ ਆ। ਫੈਡ ਨੇ ਇਸ ਦੇ ਉੱਤੇ ਕੋਈ ਆਪਣੀ ਟਿੱਪਣੀ ਨਹੀਂ ਦਿੱਤੀ। ਉਹਨਾਂ ਨੇ ਬਸ ਇਹੀ ਦੱਸਿਆ ਆ ਵੀ ਭਾਈ ਜਿਹੜੀ ਇਨਫਲੇਸ਼ਨ ਆ ਉਹ ਪਹਿਲਾਂ ਦੇ ਨਾਲੋਂ ਕਾਬੂ ਦੇ ਵਿੱਚ ਆ ਰਹੀ ਹੈਗੀ ਆ। ਸੋ ਬਿਲਕੁਲ, ਸੋ ਇਹ ਨਾ ਖਬਰ ਕੱਲ ਹੀ ਦੇਖਿਓ, ਵੱਖ-ਵੱਖ ਜਿਹੜੇ ਇਕਨੋਮਿਸਟ ਆ ਵੱਖ-ਵੱਖ ਆਪਣੇ ਵਿਚਾਰ ਦੇ ਰਹੇ ਆ। ਬਿਜ਼ਨਸ ਇਨਸਾਈਡਰ ਦੇ ਮੁਤਾਬਕ ਸਟਾਕ ਮਾਰਕੀਟ ਦੇ ਵਿੱਚ ਬਹੁਤ ਵੱਡਾ ਕ੍ਰੈਸ਼ ਕਹਿੰਦੇ ਆਉਣ ਵਾਲੇ ਮਹੀਨਿਆਂ 'ਚ ਮਿਲੂਗਾ। ਸੋ ਖਬਰਾਂ ਜ਼ਰੂਰ ਤੁਸੀਂ ਸੁਣਦੇ ਰਿਹਾ ਕਰੋ, ਕਿਹੜਾ ਇਕਨੋਮਿਸਟ ਕਿਹੜਾ ਨਿਊਜ਼ਪੇਪਰ ਕੀ ਕਹਿ ਰਿਹਾ ਉਹ ਆਪਾਂ ਤੁਹਾਡੇ ਨਾਲ ਜਿਹੜਾ ਸਾਂਝੇ ਕਰਦੇ ਰਹਾਂਗੇ। ਤੁਸੀਂ ਇਹ ਨਾ ਸੋਚੋ ਵੀ ਅਸੀਂ ਆਪਣੇ ਕੋਲੋਂ ਜਿਹੜੇ ਆਪਣਾ ਸੁਝਾਅ ਆ ਉਹ ਦੇ ਰਹੇ ਹੈਗੇ ਆ। ਸੋ ਬਿਜ਼ਨਸ ਇਨਸਾਈਡਰ ਦੀ ਵੀ ਅੱਜ ਦੀ ਨਿਊਜ਼ ਪੜ੍ਹ ਲਿਓ, ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ। ਬਹੁਤ ਕੁਝ ਚੇਂਜ ਹੋ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਜਿੱਦਾਂ ਜੋ ਦੱਸਦੇ ਜਾਂਦੇ ਆ ਉਹ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਜਾਵਾਂਗੇ। ਪਰ ਅੱਜ ਸਟਾਕ ਮਾਰਕੀਟ 'ਚ ਕਹਿੰਦੇ ਵੀ ਇਸ ਰਿਪੋਰਟ ਤੋਂ ਬਾਅਦ 'ਚ ਉਹਨਾਂ ਨੂੰ ਖੁਸ਼ੀ ਜਿਹੜੀ ਲੱਗੀ ਆ, ਇਹ ਕਿੰਨਾ ਕੁ ਚਿਰ ਰਹਿੰਦੀ ਆ ਇਹ ਦੇਖਣ ਵਾਲੀ ਗੱਲ ਰਹੂਗੀ। ਸਮਾਂ ਜਿਹੜਾ ਜੀ ਇੱਥੇ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਆਊਗਾ ਜੀ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਆਊਗਾ ਨਜ਼ਰੀਆ, ਤੇ 1 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਤੇ 2:30 ਵਜੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਸਾਂਝੀ ਸੱਤ ਦੇ ਵਿੱਚ ਅੱਜ ਅਪਡੇਟ ਫਾਰਮਿੰਗ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਆ ਉਹ ਪੇਸ਼ ਕੀਤੀ ਜਾਊਗੀ। ਤੇ ਫਿਰ ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਜਿਹੜਾ ਜੀ ਸਿਹਤ ਸੰਭਾਲ ਦਾ 4 ਤੋਂ 5:30, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਵਜੇ ਜਿਹੜਾ ਉਹ ਪ੍ਰੋਗਰਾਮ ਆ ਉਹ ਆਵੇਗਾ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿਨ੍ਹਾਂ ਵਿੱਚ ਪੰਥ ਪ੍ਰਕਾਸ਼ ਦੀ ਜਿਹੜੀ ਕਥਾ ਆ ਉਹ ਲੜੀਵਾਰ ਜਿਹੜੀ ਕਥਾ ਚੱਲ ਰਹੀ ਆ
ਉਸ ਦੀ ਕੱਲ ਤੋਂ ਸ਼ੁਰੂਆਤ ਹੋ ਚੁੱਕੀ ਆ। ਉਸ ਦੀ ਅਗਲੀ ਕੜੀ ਅੱਜ ਸ਼ਾਮੀ 7 ਵਜੇ ਜਿਹੜੀ ਆ ਉਹ ਤੁਸੀਂ ਸਰਵਣ ਕਰੋਗੇ। 8 ਵਜੇ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਕਦੀ ਤੇ ਹੱਸ ਬੋਲਵੇ 10 ਵਜੇ ਤੱਕ ਜਿਹੜਾ ਉਹ ਚੱਲੇਗਾ। ਸੋ ਇਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ।